ਨਿੱਕੇ ਜਿਹੇ ਤਿਲ ਦੀ ਮਿਸਾਲ ਦਿੱਤੀ ਹੈ, ਜਾਨੀ ਕਿ ਜਿੰਨਾ ਛੋਟਾ ਹੈ ਉਹਨਾਂ ਪਰਉਪਕਾਰੀ ਹੈ। ਜਿਵੇਂ ਤ੍ਰਿਣ ਅੰਦਰ ਵੱਡਾ ਪਸਾਰਾ, ਘਾਹ ਦੀ ਗੱਲ ਕੀਤੀ ਨਾ, ਤੇ ਘਾਹ ਦੇ ਕਰਕੇ ਸਾਰੀ ਸ੍ਰਿਸ਼ਟੀ, ਗਾਂ ਘਾਹ ਖਾਂਦੀ ਆ, ਪਸ਼ੂ ਘਾਹ ਖਾਂਦੇ ਆ, ਉਹ ਦੁੱਧ ਦਿੰਦੇ ਆ, ਦੁੱਧ ਤੋਂ ਦਹੀਂ ਬਣਦਾ, ਦਹੀਂ ਤੋਂ ਮੱਖਣ ਬਣਦਾ, ਮੱਖਣ ਤੋਂ ਘਿਓ ਬਣਦਾ, ਤੇ ਘਿਓ ਨਾਲ ਸਾਰੀ ਸ੍ਰਿਸ਼ਟੀ ਚੱਲ ਰਹੀ ਆ। ਤੋ ਸਾਰੀ ਖੇਡ ਘਾਹ ਦੀ ਆ। ਤੋ ਤ੍ਰਿਣ ਅੰਦਰ ਵੱਡਾ ਪਸਾਰਾ, ਤੋ ਇਸੇ ਤਰ੍ਹਾਂ ਘਾਹ ਦੀਆਂ ਤਿੜਾਂ ਨਾਲ ਵੱਡਾ ਪਸਾਰਾ ਹੋ ਜਾਂਦਾ ਹੈ। ਇੱਥੇ ਵੀ ਘਾਹ ਤੋਂ ਨਿਰਮਾਨਤਾ ਧਾਰਨ ਦਾ ਉਪਦੇਸ਼, ਨਿਮਰਤਾ। ਧਰਤੀ ਕਿੱਡੀ ਹੈ, ਸਾਰੀ ਪੈਰਾਂ ਥੱਲੇ ਲਤਾੜੀ ਜਾਂਦੀ ਹੈ, ਕੁਝ ਬੋਲਦੀ ਨਹੀਂ। ਗੁਰਸਿੱਖ ਨੂੰ ਵੀ ਨਹੀਂ ਬੋਲਣਾ ਚਾਹੀਦਾ। ਲੋੜਾ ਦਿਲ ਹੋਏ ਜੰਮੀਆਂ, ਛੋਟਾ ਜਿਹਾ, ਤੋ ਨੀਚੋਂ ਨੀਚ ਨਾ ਆਪ ਗਨਾਇਆ, ਤੋ ਨਿੱਕਾ ਜਿਹਾ ਤਿਲ ਹੋ ਕੇ ਜੰਮਿਆ, ਤੋ ਨੀਵੇਂ ਤੋਂ ਨੀਵਾਂ ਹੋ ਕੇ ਉਸਨੇ ਆਪਣੇ ਗੁਣਾਂ ਨੂੰ ਨਾ ਜਨਾਇਆ। ਫੁੱਲਾਂ ਸੰਗਤ ਵਸਿਆ, ਹੋਏ ਨਿਰਗੰਧ ਸੁਗੰਧ ਸੁਹਾਇਆ। ਫੁੱਲਾਂ ਸੰਗਤ, ਫੁੱਲਾਂ ਵਿੱਚ ਜਦੋਂ ਇਹ ਵਾਸ਼ਨਾ ਰਹਿਤ ਨੇ ਵਾਸਾ ਕੀਤਾ ਤਾਂ ਚੰਗੀ ਵਾਸ਼ਨਾ ਨਾਲ ਸ਼ਸ਼ੋਭਤ ਹੋ ਗਿਆ। ਕੋਲੂ ਅੰਦਰ ਪਿੜਾਇਆ, ਹੋਏ ਫਲੇਲ ਤੇ ਖੇਲ ਵਰਤਾਇਆ। ਤੋ ਫੁੱਲਾਂ ਕੋਲੂ ਅੰਦਰ ਜਦੋਂ ਇਹ ਕੋਲੂ ਵਿੱਚ ਪੀੜਿਆ ਗਿਆ ਤਾਂ ਫਲੇਲ ਬਣ ਕੇ ਚੰਗਾ ਖੇਲ ਖੇਲਿਆ, ਫਲੇਲ ਬਣ ਗਿਆ। ਪਤਤ ਪਵਿੱਤਰ ਚਲਿੱਤਰ ਕਰ ਪਾਤਸ਼ਾਹ, ਸਿਰ ਧਰ ਸੁਖ ਪਾਇਆ। ਤੋ ਇਸੇ ਤਰ੍ਹਾਂ ਹੀ ਪਤਤ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਨੇ ਫਿਰ ਐਸਾ ਕੌਤਕ ਵਰਤਾਇਆ ਕਿ ਇਸੇ ਫਲੇਲ ਨੂੰ ਬਾਦਸ਼ਾਹ ਨੇ ਸਿਰ ਵਿੱਚ ਲਾ ਕੇ ਸੁਖ ਪ੍ਰਾਪਤ ਕੀਤਾ। ਭਾਵ ਤਿਲ ਵਰਗੇ ਕਾਲੇ ਪਾਪੀਆਂ ਨੂੰ ਪਾਤਸ਼ਾਹ ਨੂੰ ਸੁਖ ਦੇਣ ਵਾਲੀ ਵਸਤੂ ਫਲੇਲ ਬਣਾ ਦਿੱਤਾ। ਐਸੇ ਤਰ੍ਹਾਂ ਵਾਹਿਗੁਰੂ ਸਾਡੇ ਕਾਲੇ ਹਿਰਦਿਆਂ ਨੂੰ, ਕਠੋਰ ਹਿਰਦਿਆਂ ਨੂੰ, ਤਿਲ ਵਰਗੇ ਕਾਲਿਆਂ ਨੂੰ ਵੀ ਫਲੇਲ ਵਰਗੇ ਬਣਾ ਦਿੰਦਾ ਹੈ। ਇੱਥੇ ਆਪਾਂ ਤਿਲ ਨੂੰ ਜਾਂ ਧਰਤੀ ਦੀ ਐਗਜ਼ਾਮਪਲ, ਤਿਲ ਦੀ ਐਗਜ਼ਾਮਪਲ, ਘਾਹ ਦੀ ਐਗਜ਼ਾਮਪਲ ਕਿ ਨਿਮਰਤਾ ਧਾਰਨ ਕਰਨੀ, ਇਹ ਗੱਲ ਹੈ। ਤਾਂ ਦੀਵੇ ਪਾਏ ਜਲਾਇਆ, ਕੁਲ ਦੀਪਕ ਜਗ ਬਿਰਧ ਸਦਾਇਆ। ਸੋ ਇਹੀ ਤੇਲ ਜਦੋਂ ਦੀਵੇ ਵਿੱਚ ਪਾ ਕੇ ਸੜਿਆ ਤਾਂ ਕੁਲ ਦੀਪਕ ਕਹਾਇਆ। ਸੋ ਕੁਲ ਦੀ ਦੀਪਕ ਬਿਰਧ ਬਣਿਆ, ਕੁਲ ਦੀ। ਸੋ ਕੱਜਲ ਹੋਵਾ ਦੀਵਿਓਂ, ਅੱਖੀ ਅੰਦਰ ਜਾਏ ਸਮਾਇਆ। ਸੋ ਫਿਰ ਦੀਵੇ ਤੋਂ ਕੱਜਲ ਸੁਰਮਾ ਬਣ ਕੇ ਅੱਖਾਂ ਵਿੱਚ ਜਾ ਕੇ ਸਮਾ ਗਿਆ। ਕਾਲਾ ਹੋਏ ਨਾ ਵੱਡਾ ਕਹਾਇਆ। ਤੋ ਇੰਨੀਆਂ ਖੁਸ਼ੀਆਂ ਦੇ ਮਾਲਕ ਹੁੰਦਿਆਂ ਵੀ ਆਪਣੇ ਆਪ ਨੂੰ ਨਹੀਂ ਜਨਾਇਆ, ਨਿਮਰਤਾ ਵਿੱਚ ਹੀ ਰਿਹਾ। ਕਾਲਾ ਹੋਏ ਨਾ ਵੱਡਾ ਕਹਾਇਆ, ਬਾਲਾ ਹੋਏ ਨਾ ਵੱਡਾ ਕਹਾਇਆ। ਛੋਟਾ ਹੁੰਦਿਆਂ ਹੋਇਆਂ ਵੀ, ਇੰਨੀਆਂ ਖੁਸ਼ੀਆਂ ਦਾ ਮਾਲਕ ਹੁੰਦਿਆਂ ਵੀ ਆਪਣੇ ਆਪ ਨੂੰ ਜਨਾਇਆ ਨਹੀਂ। ਭਾਵੇਂ ਮੈਂ ਛੋਟਾ, ਸੋ ਨਿਮਰਤਾ ਵਿੱਚ ਰਿਹਾ। ਆਪਣੇ ਆਪ ਨੂੰ ਨਾ ਜਨਾਓ, ਪਰਉਪਕਾਰੀ ਬਣੋ, ਤਿਲ ਵਾਂਗੂ ਪਰਉਪਕਾਰੀ ਬਣੋ। ਆਪਣੇ ਆਪ ਨੂੰ ਨਾ ਜਨਾਓ, ਹਉਮੈ ਚ ਨਾ ਆਓ। ਅੱਗੇ ਵਡੇਵੇਂ ਦੀ 10ਵੀਂ ਪੌੜੀ, ਹੋਏ ਵਡੇਵਾ ਜੱਗ ਵਿੱਚ ਬੀਜੇ ਤਨ ਖੇ ਨਾਲ ਰਲਾਇਆ। ਹੋਏ ਵਡੇਵਾ ਜੱਗ ਵਿੱਚ ਬੀਜੇ ਤਨ ਖੇ ਨਾਲ ਰਲਾਇਆ। ਕਹਿੰਦਾ ਜੱਗ ਵਿੱਚ ਵਡੇਵੇਂ ਨੇ ਪੈਦਾ ਹੋ ਕੇ ਮਿੱਟੀ ਵਿੱਚ ਆਪਣੇ ਆਪ ਨੂੰ ਮਿੱਟੀ ਕਰ ਲਿਆ, ਮਿੱਟੀ ਵਿੱਚ ਹੀ ਪਾਉਂਦੇ ਆ। ਸੋ ਬੂਟੀ ਹੋਏ ਕਪਾਹ ਦੀ, ਟੀਂਡੇ ਹੱਥਾਂ ਸੇ ਆਪ ਖੰਡਾਇਆ। ਫਿਰ ਉਹ ਬੀਜ ਦਿੱਤਾ, ਮਿੱਟੀ ਵਿੱਚ ਖੇ ਰਲ ਗਏ ਨਾ। ਸੋ ਫਿਰ ਕਪਾਹ ਦਾ ਬੂਟਾ ਹੋ ਗਿਆ, ਜਿਸ ਨਾਲ ਕਪਾਹ ਦੇ ਟਿੰਡਿਆਂ ਨੇ ਲੱਗ ਹਾਸਾ ਸੇ ਆਪਣੇ ਆਪ ਨੂੰ ਖੇੜਾ ਦਿੱਤਾ, ਕਪਾਹ ਹੋ ਗਈ। ਦੂ ਮਿਲ ਵੇਲਣ ਵੇਲਿਆ, ਲੂ ਕਰ ਤੁੰਬੂ ਖੜਾਇਆ। ਫਿਰ ਕੀ ਹੋਇਆ? ਦੋਵਾਂ ਨੂੰ ਬੂਟੇ ਤੋਂ ਲਾ ਕੇ, ਕਪਾਹ ਤੇ ਵੜੇਵਾਂ ਦੋਵਾਂ ਨੂੰ, ਤੋ ਵੇਲਣੇ ਵਿੱਚ ਵੇਲਿਆ ਗਿਆ। ਕਪਾਹ ਕੱਢੀ ਤੇ ਤੁੰਬਿਆ, ਫਿਰ ਪਿੰਜੇ ਤੇ ਪਿੰਜਿਆ। ਸੋ ਪਿੰਜਨ ਪਿੰਜ ਉਡਾਇਆ, ਕਰ ਕਰ ਗੋੜੀ ਸੂਤ ਕਤਾਇਆ। ਫਿਰ ਘਰਾਂ ਵਿੱਚ ਆ ਕੇ ਗੋੜੇ ਕਰ ਕਰਕੇ ਸੂਤ ਕੱਤਿਆ ਗਿਆ।
ਤਣ ਵੁਣ ਖੁੰਭ ਚੜਾਇ ਕੈ ਦੇ ਦੇ ਦੁੱਖ ਤੁਖਾਏ ਰੰਗਾਇਆ। ਫਿਰ ਤਣਿਆ ਗਿਆ, ਫਿਰ ਉਣਿਆ ਗਿਆ, ਤੇ ਫਿਰ ਖੁੰਭੇ ਚੜਾ ਕੇ ਵੱਡੇ ਵੱਡੇ ਦੁੱਖ ਦੇ ਕੇ ਧੁਆਇਆ ਤੇ ਰੰਗਾਇਆ ਗਿਆ। ਸੋ ਕੈਂਚੀ ਕੱਟਣ ਕੱਟਿਆ, ਸੂਈ ਧਾਗੇ ਜੋੜ ਸਿਵਾਇਆ। ਕੱਪੜੇ ਨੂੰ ਕੈਂਚੀ ਨੇ ਕੱਟਿਆ, ਫਿਰ ਕੱਟ ਕੇ ਮੇਚੇ ਤੇ ਤਿਆਰ ਹੋਏ ਕੱਪੜੇ ਨੂੰ ਸੂਈ ਨੇ ਧਾਗੇ ਨਾਲ ਜੁੜ ਕੇ ਸੀਤਾ ਤੇ ਜੋੜ ਦਿੱਤਾ। ਤੋ ਲੱਜਣ ਕੱਜਣ ਹੋਏ ਕਜਾਇਆ। ਤੇ ਵੜੇਵੇਂ ਦੀ ਇਹ ਨਿਮਰਤਾ ਨਾਲ ਅਖੀਰ ਕੱਪੜੇ ਨੇ ਪਾਉਣ ਵਾਲੇ ਦਾ ਕੱਜਣ ਕੱਜਿਆ, ਨੰਗੇਜ ਕੱਜਿਆ। ਇਸ ਤਰ੍ਹਾਂ ਇਹ ਸਧਾਰਨ ਜਿਹਾ ਵੜੇਵਾਂ ਲੋਕਾਂ ਦੇ ਸਰੀਰਾਂ ਨੂੰ ਕੱਜਣ ਲਈ ਪਰਪਕਾਰੀ ਬਣਿਆ। ਇਹੋ ਜਿਹਾ ਗੁਰਸਿੱਖ ਹੋਣਾ ਚਾਹੀਦਾ, ਇਹੋ ਜਿਹਾ ਗੁਰਸਿੱਖ ਹੋਣਾ ਚਾਹੀਦਾ। ਅਨਾਰ ਦਾਣੇ ਦਾ ਦ੍ਰਿਸ਼ਟਾਂਤ ਹੈ। ਤਾਣਾ ਹੋਏ ਅਨਾਰ ਦਾ, ਹੋਏ ਧੂੜੀ ਵਿੱਚ ਧੱਸੈ। ਦਾਣਾ ਹੋਏ ਅਨਾਰ ਦਾ, ਸਾਰੀਆਂ ਐਗਜ਼ਾਮਪਲਾਂ ਹੀ ਦਿੱਤੀਆਂ। ਹੋਏ ਧੂੜੀ ਵਿੱਚ ਧੱਸੇ, ਉਹ ਵੀ ਬੀਜਿਆ ਜਾਂਦਾ, ਮਿੱਟੀ ਵਿੱਚ ਬੀਜਿਆ ਜਾਂਦਾ। ਅਨਾਰ ਦਾ ਦਾਣਾ ਧਰਤੀ ਵਿੱਚ ਧੂੜ ਬਣ ਕੇ ਧੱਸ ਦਿੱਤਾ ਜਾਂਦਾ, ਬੀਜ ਦਿੱਤਾ ਜਾਂਦਾ। ਹੋਏ ਬਿਰਖ ਹਰਿਆਵਲਾ, ਲਾਲ ਗੁਲਾਲਾ ਫੁੱਲ ਵਿਗਸੇ। ਸੋ ਇਸ ਇੱਕ ਦਾਣੇ ਤੋਂ ਫਿਰ ਹਰਾ ਭਰਾ ਬੂਟਾ ਬ੍ਰਿਛ ਬਣਦਾ ਹੈ। ਤੋ ਜਿਸ ਨੂੰ ਪਹਿਲੇ ਲਾਲ ਗੁਲਾਲ ਗੂੜੇ ਲਾਲ ਰੰਗ ਦੇ ਫੁੱਲ ਲੱਗਦੇ ਹਨ। ਇੱਕ ਤੋਂ ਬਿਰਖ ਸਹਿਸ ਫੁੱਲ ਫਲ, ਇੱਕ ਤੂੰ ਇੱਕ ਸਰਸੇ। ਇੱਕ ਬਿਰਛ ਤੋਂ ਹੀ ਹਜ਼ਾਰਾਂ ਫਲ ਤੇ ਫੁੱਲ ਇੱਕ ਤੋਂ ਵਧੀਕ ਹੋ ਕੇ ਵੱਧੇ ਫੁੱਲਦੇ ਹਨ। ਇੱਕ ਤੋਂ ਦਾਣੇ ਲੱਖ ਹੋਏ, ਲੱਖ ਫਲਨ ਦੇ ਮਨ ਅੰਦਰ ਵਸੈ। ਇੱਕ ਦਾਣੇ ਤੋਂ ਲੱਖਾਂ ਦਾਣੇ ਬਣ ਕੇ ਮਨਾਂ ਅੰਦਰ ਵਸ ਜਾਂਦੇ ਹਨ। ਤੋ ਤਿਸ ਫਲ ਤੋਟ ਨ ਆਵੇ, ਗੁਰਮੁਖ ਸੁਖ ਫਲ ਅੰਮ੍ਰਿਤ ਰਸੇ। ਤੋ ਬ੍ਰਿਛਾਂ ਦੇ ਉਹਨਾਂ ਫਲਾਂ ਨੂੰ ਫਿਰ ਤੋਟ ਨਹੀਂ ਆਉਂਦੀ। ਤੋ ਇਸੇ ਤਰ੍ਹਾਂ ਅੰਮ੍ਰਿਤਧਾਰੀ ਗੁਰਸਿੱਖ ਦਾ ਜੀਵਨ ਮਨੋਰਥ ਸਦੀਵੀ ਸੁਖ ਹੈ। ਗੁਰਮੁਖ ਸੁਖ ਫਲ ਅੰਮ੍ਰਿਤ ਰਸੇ। ਤੋ ਉਸ ਨੂੰ ਅੰਮ੍ਰਿਤ ਰਸਦਾ ਹੈ, ਦਸਮ ਦੁਆਰ ਵਿੱਚੋਂ ਚੋਂਦਾ ਹੈ, ਫਿਰ ਮੁੱਕਦਾ ਨਹੀਂ, ਰਸਦਾ ਹੀ ਰਹਿੰਦਾ ਹੈ ਸਾਰੀ ਉਮਰ। ਤੋ ਜਿਉਂ ਜਿਉਂ ਲੈਣ ਤੋੜ ਫਲ, ਤਿਉਂ ਤਿਉਂ ਫਿਰ ਫਲੀਏ ਰਸੇ। ਤੋ ਜਿਉਂ ਜਿਉਂ ਫਲ ਤੋੜੇ ਜਾਂਦੇ ਹਨ, ਤਿਉਂ ਤਿਉਂ ਫਲ ਹੋਰ ਲੱਗਦੇ ਜਾਂਦੇ ਹਨ। ਫੁੱਲ ਖਿੜ ਕੇ ਹੱਸਦੇ ਤੇ ਵੱਧਦੇ ਜਾਂਦੇ ਹਨ। ਨਿਵ ਚੱਲਣ ਗੁਰਮਾਰਗ ਦੱਸੇ, ਇਉਂ ਸਤਿਗੁਰੂ ਨਾਨਕ ਦੇਵ ਜੀ ਦਾ ਨਿਉ ਕੇ ਚੱਲਣ ਦਾ ਮਾਰਗ ਦੱਸਦੇ ਹਨ। ਨਿਮਰਤਾ ਧਾਰਨ ਕਰੋ, ਪਰਉਪਕਾਰੀ ਬਣੋ, ਇਹ ਜੀਵਨ ਦਾ ਸਿਧਾਂਤ ਹੈ। ਇਹ ਗੁਰੂ ਨਾਨਕ ਦੀ ਖੇਡ ਹੈ, ਇਹ ਐਗਜ਼ਾਮਪਲ ਹੈ। ਗੁਰੂ ਪਾਤਸ਼ਾਹ ਇਹੋ ਜਿਹਾ ਜੀਵਨ ਜੀਣ ਨੂੰ ਕਹਿੰਦੇ ਆ। ਵੜੇਵੇਂ ਦੀ ਗੱਲ ਕੀਤੀ ਹੈ। ਵੜੇਵਾਂ ਦੇਖੋ ਕਿਵੇਂ ਵੇਲਣੇ ਵਿੱਚ ਪੀੜਿਆ ਜਾਂਦਾ ਹੈ। ਇੱਕ ਜਦੋਂ ਕਪਾਹ ਉੱਥੋਂ ਲੱਥਦੀ ਹੈ ਤੇ ਵੜੇਵਾਂ ਵਿਚਾਰਾ ਇਕੱਲਾ ਰਹਿ ਜਾਂਦਾ ਹੈ। ਫਿਰ ਉਹ ਕਪਾਹ ਨੂੰ ਅੱਗੋਂ ਪੀੜਿਆ ਜਾਂਦਾ ਹੈ, ਅੱਗੋਂ ਤੁਣਿਆ ਜਾਂਦਾ, ਬੁਣਿਆ ਜਾਂਦਾ। ਤੋ ਇੰਨਾ ਕੁਛ ਫਿਰ ਉਹ ਰੰਗਿਆ ਜਾਂਦਾ, ਉਬਾਲੀ ਜਾਂਦੀ ਹੈ। ਤੋ ਬੜਾ ਕੁਛ ਸ਼ੁੱਧ ਸੋਨੇ ਦੀ ਵਿਸ਼ੇਸ਼ਤਾ। ਰੇਨ ਰਸਾਇਣ ਸਿੱਝੀਏ, ਰੇਤ ਹੇਤ ਕਰ ਕੰਚਨ ਵਸੈ। ਰੇਨ ਰਸਾਇਣ, ਸੋਨਾ ਰੇਤ ਚੋਂ ਨਿਕਲਦਾ, ਕਿਣਕਾ ਤੋ ਸੋਨਾ ਰੇਤ ਵਿੱਚੋਂ ਨਿਕਲਦਾ, ਤੇ ਰੇਤ ਦੇ ਕਿਣਕਿਆਂ ਤੋਂ ਰਸਾਇਣ ਮਿਲਦੀ ਹੈ, ਕਿਉਂਕਿ ਸੋਨਾ ਰੇਤ ਵਿੱਚ ਵਸਦਾ। ਧੋਏ ਕਣ ਕੱਢੀਏ, ਰੱਤੀ ਮਾਸਾ ਤੋਲਾ ਹੱਸੇ। ਧੋ ਕੇ ਕਿਣਕੇ ਕੱਢੀਦੇ ਹਨ, ਪਰ ਜਦੋਂ ਰੱਤੀ ਮਾਸਾ ਜਾਂ ਤੋਲੇ ਦਾ ਰੂਪ ਵਿੱਚ ਇਕੱਠਾ ਹੋ ਜਾਏ ਤਾਂ ਉਹ ਆਪਣੀ ਚਮਕ ਦਰਸਾਉਂਦਾ ਹੈ। ਪਾਏ ਕੋਠਾਲੀ ਗਾਲੀਏ, ਰਹਿਣੀ ਕਰ ਸੁਨਿਆਰ ਵਿਗਸੇ। ਤੇ ਉਸ ਨੂੰ ਪਰਖਣ ਲਈ ਕੋਠਾਲੀ ਵਿੱਚ ਪਾ ਕੇ ਢਾਲੀਦਾ ਤੇ ਉਸ ਦੀ ਡਲੀ ਬਣਾ ਕੇ ਸੁਨਿਆਰਾ ਖੁਸ਼ ਹੁੰਦਾ ਹੈ। ਘੜ ਪੱਤਰ ਪਖਾਲੀਏ, ਲੂਣੀ ਲਾਏ ਜਲਾਏ ਰਹੱਸ। ਫਿਰ ਪੱਤਰੇ ਕਰ ਧੋਂਦਾ ਹੈ, ਪੱਤਰੇ ਕਰ ਧੋਂਦਾ ਹੈ, ਮਸਾਲੇ ਲਾ ਉਸ ਨੂੰ ਬਿਲਕੁਲ ਸ਼ੁੱਧ ਕਰਨ ਲਈ
ਅੱਗਾਂ ਦਿੰਦਾ ਹੈ, ਉਬਾਲਦਾ ਹੈ ਮਤਲਬ, ਤੇ ਖੁਸ਼ ਹੁੰਦਾ ਹੈ। ਉਹ 12 ਬੰਨੀ ਹੋਏ ਕਹਿ ਲੱਗੇ ਲਵੇ ਕਸੌਟੀ ਕੱਸੇ, ਤੇ ਇਉਂ ਕਰਦੇ ਕਰਦੇ ਸੋਨਾ 12 ਬੰਨੀ ਦਾ ਸ਼ੁੱਧ ਹੋ ਜਾਂਦਾ। ਤੇ ਫਿਰ ਵੀ ਕੱਸ ਕੇ ਲਾ ਕੇ ਰਸ ਲਾ ਕੇ ਪਰਖਦਾ ਹੈ। ਟਕਸਾਲੇ ਸਿੱਕਾ ਪਵੇ ਕਣ ਐਰਨ ਵਿੱਚ ਅਚਲ ਸਰਸੇ, ਫਿਰ ਸੋਨਾ ਟਕਸਾਲ ਵਿੱਚ ਪੈ ਕੇ ਬਾਦਸ਼ਾਹੀ ਸਿੱਕਾ ਬਣਦਾ। ਸੋ ਕਣ ਤੇ ਐਰਨ ਵਿੱਚ ਪਰਖਣ ਤੇ ਉਸ ਦੀ ਚਮਕ ਕਾਇਮ ਰਹਿੰਦੀ ਹੈ। ਤੋ ਸਾਲ ਸਨਾਈ ਪੌਂਦੇ ਪੱਸੇ ਪੋਤੇ ਪੱਸੇ ਪੋਤੇ ਪੋਤਾ ਪੱਸੇ ਪੋਤਾ, ਇਉਂ ਸੋਨੇ ਦੀ ਸ਼ੁੱਧ ਮੋਹਰ ਬਣ ਕੇ ਪਾਤਸ਼ਾਹੀ ਖਜ਼ਾਨੇ ਵਿੱਚ ਪੈਂਦੀ ਹੈ। ਪੋਤਾ ਹੁੰਦਾ ਖਜ਼ਾਨਾ। ਤੋ ਜੀਵ ਨੇ ਇਸੇ ਤਰ੍ਹਾਂ ਪਰਖਣ ਤੋਂ ਬਾਅਦ ਸ਼ੁੱਧ ਸੋਨਾ ਬਣ ਕੇ ਤੋ ਪਾਤਸ਼ਾਹ ਦੇ ਖਜ਼ਾਨੇ ਸੱਚਖੰਡ ਜਾਣਾ। ਐਗਜ਼ਾਮਪਲ ਦੇਖ ਲਓ ਕਿਵੇਂ ਇਸੇ ਤਰ੍ਹਾਂ ਜੀਵ ਨੇ ਸ਼ੁੱਧ ਸੋਨੇ ਵਰਗਾ ਹੋ ਕੇ, ਸ਼ੁੱਧ ਸੋਨੇ ਵਰਗਾ ਹੋ ਕੇ ਪਾਤਸ਼ਾਹ ਕੋਲ ਜਾਣਾ, ਸੱਚਖੰਡ ਜਾਣਾ। ਸਾਲ ਸੁਨਈਆ ਸ਼ੁੱਧ ਮੋਰ, ਸ਼ੁੱਧ ਮੋਰ ਸਾਲ ਸੁਨਈ। ਪੌੜੀ 13ਵੀਂ। ਖਸਖਸ ਦੇ ਦਾਣੇ ਦੀ ਮਿਸਾਲ ਦਿੱਤੀ ਹੈ। ਤੋ ਖਸਖਸ ਦਾਣਾ ਹੋਏ ਕਿ ਖਾਕ ਅੰਦਰ ਹੋਏ ਖਾਕ ਸਮਾਵੇ। ਤੋ ਖਸਖਸ ਦਾ ਦਾਣਾ ਬਹੁਤ ਛੋਟਾ ਹੁੰਦਾ, ਬਹੁਤ ਛੋਟਾ ਹੁੰਦੇ ਸਾਰੇ ਦੇਖ ਲਓ ਜ਼ਮੀਨ ਵਿੱਚ ਹੋਈਆਂ ਬਿਲਕੁਲ। ਤੋ ਖਸਖਸ ਦਾ ਦਾਣਾ ਬੀਜ ਬਣ ਕੇ ਮਿੱਟੀ ਵਿੱਚ ਮਿਲ ਜਾਂਦਾ ਹੈ। ਤੋ ਦੋਸਤ ਪੋਸਤ ਬੂਟ ਹੋਏ ਰੰਗ ਬਰੰਗੀ ਫੁੱਲ ਖਿੜਾਵੇ, ਰੰਗ ਬਰੰਗੀ। ਤੋ ਪਿਆਰੇ ਪੋਸਤ ਦਾ ਪੌਦਾ ਬਣ ਕੇ ਤਰ੍ਹਾਂ ਤਰ੍ਹਾਂ ਦੇ ਫੁੱਲ ਪੈਦਾ ਕਰਦਾ ਹੈ। ਤੇ ਹੋਡਾ ਹੋਡੀ ਡੋਡੀਆਂ ਇੱਕ ਦੂ ਇੱਕ ਚੜਾਊ ਚੜਾਵੇ, ਹੋਡਾ ਹੋਡੀ ਰੀਸੋ ਰੀਸੀ ਰੀਸੋ ਰੀਸੀ। ਤੋ ਰੀਸੋ ਰੀਸੀ ਇਹ ਪੌਦੇ ਦੀਆਂ ਡੋਡੀਆਂ ਇੱਕ ਤੋਂ ਅੱਗੇ ਹੋ ਕੇ ਆਪਣਾ ਆਪ ਪ੍ਰਗਟਾਉਂਦੀਆਂ ਹਨ। ਸੂਲੀ ਉੱਪਰ ਖੇਲਣਾ ਪਿੱਛੋਂ ਦੇ ਸਿਰ ਛੱਤਰ ਧਰਾਵੇ। ਤੋ ਡੋਡੀ ਡੰਡੀ ਉੱਤੇ ਪੋਸਤ ਹੁੰਦਾ ਹੈ, ਜਿਸ ਦਾ ਸਿਰ ਮਗਰੋਂ ਛੱਤਰ ਵਾਂਗੂ ਬਣਦਾ ਹੈ। ਸੂਲੀ ਉੱਪਰ ਖੇਲਣਾ ਬੜਾ ਔਖਾ, ਮਤਲਬ ਪਿੱਛੋਂ ਦੇ ਸਿਰ ਛੱਤਰ ਧਰਾਵੇ। ਚੁੱਕ ਚੁੱਕ ਹੋਏ ਮਲਾਇਕ ਹੈ ਲੋਹੂ ਪਾਣੀ ਰੰਗ ਰੰਗਾਵੇ। ਸੋ ਫਿਰ ਇਸ ਛੱਤਰ ਰੂਪੀ ਡੋਡੀ ਨੂੰ ਮਲ ਮਲ ਕੇ ਨਿੱਕੇ ਨਿੱਕੇ ਟੁਕੜੇ ਕਰ ਦਿੰਦੇ ਹਨ ਤੇ ਧੋਣ ਤੇ ਪਾਣੀ ਲਹੂ ਵਰਗਾ ਲਾਲ ਹੁੰਦਾ ਹੈ। ਪਿਰਮ ਪਿਆਲਾ ਮਜਲਸੀ ਜੋਗ ਭੋਗ ਸੰਜੋਗ ਬਣਾਵੇ। ਇਹੀ ਪਾਣੀ ਫਿਰ ਪਿਆਲਿਆਂ ਵਿੱਚ ਪਾ ਕੇ ਜੋਗੀ ਤੇ ਭੋਗੀ, ਜੋਗੀ ਮਿਲਾਪ ਦੀ ਸਮਾਧੀ ਲਈ ਤੇ ਭੋਗੀ ਭੋਗ ਦਾ ਰਸ ਮੰਨ ਲਈ ਪੀਂਦੇ ਤੇ ਮਸਤੀ ਦਾ ਸੰਜੋਗ ਪ੍ਰਾਪਤ ਕਰਦੇ ਹਨ। ਤੋ ਅਮਲੀ ਹੋਏ ਸੋ ਮਜਲਸ ਆਵੇ। ਤੋ ਇਸ ਦੀ ਮਜਲਸ ਪੋਸਤੀਆਂ ਦੀ ਸਭ ਵਿੱਚ ਉਹੀ ਆਉਂਦਾ ਹੈ, ਸਭਾ ਵਿੱਚ ਪੋਸਤੀਆਂ ਦੀ ਸਭਾ ਵਿੱਚ ਉਹੀ ਆਉਂਦਾ ਹੈ ਜੋ ਇਸ ਦਾ ਅਸਲੀ ਹੁੰਦਾ, ਅਮਲੀ ਹੁੰਦਾ ਹੈ, ਜੋ ਇਸ ਦਾ ਅਮਲੀ ਹੁੰਦਾ ਹੈ। ਸੋ ਗੰਨੇ ਦੀ ਐਗਜ਼ਾਮਪਲ ਦਿੱਤੀ ਹੈ ਪੌੜੀ 14 'ਚ। ਰਸ ਭਰਿਆ ਰਸ ਰੱਖਦਾ ਬੋਲਣ ਅਨ ਬੋਲਣ ਅਬਰਿੱਠਾ, ਅਬਰਿੱਠਾ ਨਿਮਰਤਾ ਧਾਰਨ ਵਾਲਾ ਪਿਆਰਾ ਅਬਰਿੱਠਾ। ਗੰਨੇ ਦੀ ਬਹੁਤ ਵਧੀਆ ਐਗਜ਼ਾਮਪਲ ਦਿੱਤੀ, ਗੰਨੇ ਦੀਆਂ 2-3 ਐਗਜ਼ਾਮਪਲਾਂ ਦਿੱਤੀਆਂ। ਅਬਰਿੱਠਾ ਭਾਈ ਗੰਨਾ ਰਸ ਦਾ ਭਰਿਆ ਆਪਣੇ ਵਿੱਚ ਰਸ ਰੱਖਦਾ ਹੈ। ਬੋਲਣ ਜਾਂ ਨਾ ਬੋਲਣ ਦੋਵਾਂ ਹਾਲਤਾਂ ਵਿੱਚ ਮਿੱਠਾ ਹੈ। ਚੁੱਪ ਕੇ ਜਾਂ ਪੀੜ ਕੇ ਦੇਖੋ, ਚੁੱਪ ਕੇ ਦੇਖ ਲਓ ਜਾਂ ਪੀੜ ਕੇ ਦੇਖ ਲਓ, ਮਤਲਬ ਰਸ ਮਿੱਠਾ ਹੀ ਮਿੱਠਾ ਹੈ। ਦੇਖੋ ਉਹਨੂੰ ਗੰਨਾ ਪੀੜਿਆ ਜਾਂਦਾ ਵਿਚਾਰਾ। ਸੁਣਿਆ ਅਨਸੁਣਿਆ ਕਰੇ ਕਰੇ ਵਿਚਾਰ ਡਿੱਠਾ ਅਣਡਿੱਠਾ। ਸੋ ਗਾੜੀ ਗੰਨਿਆਂ ਦੀ ਖੇਤੀ ਵਿੱਚੋਂ ਆਵਾਜ਼ ਨਹੀਂ ਸੁਣੀ ਦੀ, ਨਾ ਲੁਕਿਆਂ ਕੋਈ ਦਿਸਦਾ ਹੀ ਹੈ। ਭਾਵ ਸੁਣੇ ਨੂੰ ਅਨਸੁਣਿਆ ਡਿੱਠੇ ਨੂੰ ਅਣਡਿੱਠਿਆ ਕਰਨ ਦੀਆਂ ਸਿਫਤਾਂ ਵਾਲਾ ਕਮਾਦ ਦਾ ਖੇਤ ਹੀ ਹੈ। ਅੱਖੀਂ ਧੂੜ ਅਟਾਈਆਂ ਅੱਖੀਂ ਵਿੱਚ ਅੰਗੂਰ ਬੈਠਾ। ਜਦੋਂ ਇਸ ਦੀਆਂ ਗੰਢਾਂ ਬੀਜ ਰੂਪ ਬਣਾ ਕੇ ਮਿੱਟੀ ਵਿੱਚ ਗੱਡੀਆਂ
ਤੇ ਬੀਜੀਆਂ ਤਾਂ ਗੰਢਾਂ ਵਿੱਚੋਂ ਹੀ ਕਰੂਬਲਾਂ ਪੈਦਾ ਹੁੰਦੀਆਂ। ਤੋ ਇੱਕ ਦੋ ਬਾਹਲੇ ਬੂਟ ਹੋਏ, ਸਿਰ ਤਲਵਾਇਆ ਇੱਥੋਂ ਪਿੱਠ ਇੱਠਾ, ਇੱਥੋਂ ਇੱਠਾ। ਫਿਰ ਪੌਦੇ ਤੋਂ ਹੀ ਕਈ ਪੌਦੇ ਸਿਰ ਹੇਠ ਤੇ ਪੈਰ ਉੱਪਰ ਕਰਕੇ ਉੱਗ ਪੈਂਦੇ ਹਨ, ਸਿਰ ਹੇਠ ਪੈਰ ਉੱਪਰ ਕਰਕੇ ਉੱਗ ਪੈਂਦੇ ਹਨ, ਜੋ ਸਭ ਨੂੰ ਪਿਆਰੇ ਤੋਂ ਪਿਆਰੇ ਤੇ ਸੋਹਣੇ ਲੱਗਦੇ ਹਨ, ਸੋਹਣੇ ਲੱਗਦੇ ਹਨ। ਤੋ ਦੇਹੂੰ ਖੁੰਡਾ ਵਿੱਚ ਪੀੜੀ ਹੈ, ਟੋਟੇ ਲਾਹੇ ਇਤ ਗੁਣ ਮਿੱਠਾ। ਤੇ ਫਿਰ ਗੰਨਾ ਵੇਲਣੇ ਵਿੱਚ ਪੀੜਿਆ ਜਾਂਦਾ ਹੈ ਤੇ ਟੋਟੇ ਟੋਟੇ ਕਰ ਦਿੱਤਾ ਜਾਂਦਾ ਹੈ, ਇਸ ਕਰਕੇ ਕਿ ਇਹ ਪਿਆਰਾ ਲੱਗਦਾ ਹੈ, ਮਿੱਠਾ ਲੱਗਦਾ ਹੈ। ਟੋਟੇ ਟੋਟੇ ਕਰਕੇ ਦੇਖੋ। 21 ਵਰਤਦਾ ਔਗਣਿਆਰੇ ਪਾਪ ਨਿੱਠਾ। ਤੋ ਇਸ ਤਰ੍ਹਾਂ ਵੀ ਸੰਸਾਰ ਹੈ, 21 ਸਤ ਸੰਗਤ ਹੋ ਕੇ ਵਰਤਦਾ ਹੈ। ਇਸ ਗੰਨੇ ਦੀ ਰਸ ਤੋਂ ਗੁੜ ਬਣਦਾ ਹੈ, ਖੰਡ ਬਣਦੀ ਹੈ, ਜੋ ਵਿਆਹ ਸ਼ਾਦੀਆਂ ਧਰਮ ਕਾਰਜਾਂ ਸਮੇਂ ਕੜਾ ਪ੍ਰਸ਼ਾਦ ਆਦਿ ਵਿੱਚ ਵਰਤਿਆ ਜਾਂਦਾ ਹੈ। ਪਰ ਪਾਪੀ ਲੋਕ ਇਸ ਨੂੰ ਸ਼ਰਾਬ ਜਾਂ ਹੋਰ ਭੈੜੇ ਕੰਮਾਂ ਵਿੱਚ ਵਰਤ ਕੇ ਆਪ ਹੀ ਨਾਸ ਹੋਣ ਵਾਲਾ ਕੰਮ ਕਰਦੇ ਹਨ ਤੇ ਇਸ ਦੀ ਮਿਠਾਸ ਨੂੰ ਵੀ ਜਾਇਆ ਕਰਦੇ ਹਨ, ਨਰਕਾਂ ਵਿੱਚ ਜਾਂਦੇ ਹਨ। ਮੰਨੇ ਗੰਨੇ ਵਾਂਗ ਸੁਧਿੱਠਾ। ਸੋ ਭਾਈ ਜੋ ਗੰਨੇ ਦੀ ਮਿਠਾਸ ਤੇ ਗੁਣ ਤੋਂ ਸਿੱਖਿਆ ਲੈਂਦੇ ਹਨ ਤੇ ਮਿੱਠੇ ਸੁਭਾਅ ਵਾਲੇ ਬਣ ਕੇ ਭਲੇ ਕੰਮ ਕਰਦੇ ਹਨ, ਪਰਉਪਕਾਰ ਕਰਦੇ ਹਨ, ਉਹ ਸੰਸਾਰ ਤੋਂ ਤਰ ਜਾਂਦੇ ਹਨ, ਸੱਚਖੰਡ ਜਾਂਦੇ ਹਨ। ਤੋ ਕੋੜੇ ਡੁੱਬ ਜਾਂਦੇ ਹਨ, ਨਰਕਾਂ ਵਿੱਚ ਜਾਂਦੇ ਹਨ। ਇੱਥੋਂ ਕੀ ਐਗਜ਼ਾਮਪਲ ਦਿੱਤੀ? ਗੰਨਾ ਮਿੱਠਾ ਸੀ, ਹਾਂ ਮਿੱਠਾ ਸੀ। ਉਹਦੀ ਛਿੱਲ ਲਾਈ, ਹਾਂ ਲਾਈ। ਉਹਦੇ ਟੁਕੜੇ ਕੀਤੇ, ਹਾਂ ਟੁਕੜੇ ਕੀਤੇ। ਉਹਨੂੰ ਵੇਲਣੇ ਵਿੱਚ ਪੀੜਿਆ, ਹਾਂ ਵੇਲਣੇ ਵਿੱਚ ਪੀੜਿਆ। ਉਹਨੂੰ ਕਾੜਿਆ, ਹਾਂ ਕਾੜਿਆ। ਉਹਦੀ ਗੁੜ ਸ਼ੱਕਰ ਬਣਿਆ, ਹਾਂ ਬਣਿਆ। ਵਿਚਾਰਾ ਤਾਂ ਬੜੀ ਬੁਰੀ ਤਰ੍ਹਾਂ ਮਾਰਿਆ ਗਿਆ, ਫਿਰ ਵੀ ਉਹਨੇ ਮਿਠਾਸ ਹੀ ਦਿੱਤੀ ਆ, ਫਿਰ ਵੀ ਉਹਨੇ ਮਿਠਾਸ ਹੀ ਦਿੱਤੀ ਆ। ਜੋ ਸਾਰੀ ਦੁਨੀਆ ਵਰਤਦੀ ਆ, ਉਹਨੇ ਮਿਠਾਸ ਹੀ ਦਿੱਤੀ ਆ। ਮਿਠਾਸ, ਇੰਨਾ ਦੁੱਖ ਸਹਿਣ ਤੋਂ ਬਾਅਦ ਵੀ ਉਹਨੇ ਮਿਠਾਸ ਹੀ ਦਿੱਤੀ ਆ। ਪਿਆਰ ਦੀਆਂ ਗੱਲਾਂ, ਸਵਾਤੀ ਬੂੰਦ ਸਿੱਪੀ ਤੇ ਮਿਰਜੀਵੜਾ। ਕਨ ਹਰ ਬੂੰਦ ਸੁਹਾਵਣੀ, ਨੀਵੀ ਹੋਏ ਅਗਾਸੋਂ ਆਵੇ। ਸੋ ਬੱਦਲ ਦੀ ਸੁਹਾਵਣੀ ਬੂੰਦ ਕਨ ਹਰ ਆਕਾਸ਼ ਤੋਂ ਨਿਮਾਨ ਵੱਲ ਆਉਂਦੀ ਹੈ, ਥੱਲੇ ਆ ਗਈ। ਆਪ ਗਵਾਏ ਸਮੁੰਦ ਵੇਖ, ਸਿੱਪੇ ਦੇ ਮੂੰਹ ਵਿੱਚ ਸਮਾਵੇ। ਪਰ ਅੱਗੋਂ ਆਪਾ ਗਵਾ ਕੇ ਹਉਮੈ ਮਾਰ ਕੇ ਉਹ ਸਮੁੰਦਰ ਦੇ ਅਥਾਹ ਪਾਣੀਆਂ ਵਿੱਚ ਰਲ ਕੇ ਸਿੱਪੀ ਦੇ ਮੂੰਹ ਵਿੱਚ ਜਾ ਪੈਂਦੀ ਹੈ। ਸੋ ਲੈਂਦੋ ਹੀ ਮੂੰਹ ਬੂੰਦ ਸਿੱਪ, ਚੁੱਭੀ ਮਾਰ ਪਤਾਲ ਲੁਕਾਵੇ। ਤੋ ਸਿੱਪੀ ਸਵਾਤੀ ਬੂੰਦ ਨੂੰ ਆਪਣੇ ਕੋਲ ਆਈ ਦੇਖ ਉਸ ਵੇਲੇ ਮੂੰਹ ਬੰਦ ਕਰ ਲੈਂਦੀ ਹੈ ਤੇ ਸਮੁੰਦਰ ਦੇ ਡੂੰਘੇ ਪਾਣੀਆਂ ਵਿੱਚ ਜਾ ਲੁਕਦੀ ਹੈ। ਫੜ ਕੱਢੇ ਮਰਜੀਵੜਾ, ਪਰ ਕਾਰਜ ਨੂੰ ਆਪ ਫੜਾਵੇ। ਮਰਜੀਵੜਾ ਟੁੱਬੀ ਮਾਰ ਕੇ, ਡਾਈਵਰ ਜਿਹਨੂੰ ਆਪਾਂ ਕਹਿੰਦੇ ਹਾਂ, ਗੋਤਾਖੋਰ, ਟੁੱਬੀ ਮਾਰ ਕੇ ਸਿੱਪੀ ਨੂੰ ਬਾਹਰ ਕੱਢ ਲੈਂਦਾ ਹੈ ਤੇ ਸਿੱਪੀ ਹਰ ਕਾਰਜ ਵਿੱਚ ਫੜੀ ਜਾਂਦੀ ਹੈ। ਤੋ ਪਰਵਸ ਪਰਉਪਕਾਰ ਨੂੰ ਪਰ ਦਬ ਪੱਥਰ ਦੰਦ ਭਨਾਵੇ। ਸਿੱਪੀ ਪਰਉਪਕਾਰ ਕੀਤਾ, ਸਿੱਪੀ ਨੇ ਕਿ ਬੂੰਦ ਨੂੰ ਬੰਦ ਕਰਕੇ ਸੁੱਚਾ ਦੁਰਲਭ ਮੋਤੀ, ਕੀਮਤੀ ਮੋਤੀ ਬਣਾ ਦਿੱਤਾ। ਪਰ ਹੁਣ ਪਰਾਏ ਵਸ ਵਿੱਚ ਪੈ ਕੇ ਆਪਣੇ ਦੰਦ ਤੜਵਾਉਂਦੀ, ਉਹਨੂੰ ਭੰਨ ਕੇ ਕੱਢਿਆ ਜਾਂਦਾ, ਆਪਣੇ ਦੰਦ ਤੜਵਾ ਲਾ ਉਹਨੇ। ਸੋ ਭੁੱਲ ਭੁੱਲ ਅਮੁੱਲ ਦੇ, ਮੋਤੀ ਦਾਨ ਨਾ ਪਛੋਤਾਵੇ। ਭੁੱਲ ਜਾ ਭੁੱਲ, ਚੇਤੇ ਰੱਖਣ ਵਾਲੀ ਬਣ ਕੇ ਸਿੱਪੀ ਦਾਨ ਦੇਣ ਪਿੱਛੋਂ ਪਛਤਾਵਾ ਨਹੀਂ ਕਰਦੀ। ਮੇਰਾ ਇਹਨੇ ਸਿਰ ਤੋੜ ਦਿੱਤਾ, ਭੰਨ ਦਿੱਤਾ ਮੈਨੂੰ ਇਹਨੇ, ਤੇ ਇਹ ਕੀਮਤੀ ਮੋਤੀ ਦਾ ਦਾਨ ਮੈਂ ਕਿਉਂ ਕੀਤਾ ਤੇ ਦਾਨ ਕਰਕੇ ਦੁੱਖ ਪਾਇਆ, ਮੂੰਹ ਤੋੜਵਾਇਆ? ਨਹੀਂ, ऐसा कोई पक्ष नहीं। सफल जन्म कोई वरसावे। तो जीवन उसे दा ही सफला है जिस दा किसी नूं कोई लाभ होवे। जीवन परोपकारी होना चाहिए। सिप्पी वांगू आपां भी किसी दे काम आईए, ये गुरसिੱਖੀ है। मूँह अपना तुड़ा लिया पर मूँह नहीं बोली। गन्ना पीड़िया गया, सारी दुनिया दे काम आया पर मूँह नहीं बोलिया। ये निमरता वाली मूँह तुड़वा के किसी दा भला कीता। ਇਹਦਾ ਨਾਂ ਹੈ ਜੀਵਨ ਪਰਉਪਕਾਰੀ ਹੋਣਾ। ਇਹ ਗੁਰਸਿੱਖੀ ਹੈ। ਕਿਸੇ ਦੇ ਕੰਮ ਤੇ ਆਵੋ। ਉਹ ਸਿੱਪੀ ਕੰਮ ਆ ਗਈ, ਵੜੇਵਾ ਕੰਮ ਆ ਗਿਆ, ਗੰਨਾ ਕੰਮ ਆ ਗਿਆ, ਤਿਲ ਕੰਮ ਆ ਗਿਆ, ਸਾਰੇ ਕੰਮ ਆਏ ਬੰਦਿਆ, ਇੱਕ ਤੂੰ ਨਹੀਂ ਕੰਮ ਆਉਂਦਾ ਕਿਸੇ ਦੇ। ਹੀਰੇ ਦਾ ਦ੍ਰਿਸ਼ਟਾਂਤ, ਗੁਰੂ ਤੇ ਸਿੱਖ ਦਾ ਮਿਲਾਪ। ਹੀਰੇ ਹੀਰਾ ਬੇਦੀਏ ਤੋ ਬਰਸੇ ਕਣੀ ਅਣੀ ਹੋਏ ਨੀਰੇ।
ਸੋ ਕਹਿੰਦਾ ਉਹ ਵਰਮੇ ਦੀ ਨੋਕ ਨਾਲ ਹੀਰੇ ਦੀ ਤਿੱਖੀ ਅਣੀ ਲਗਾ ਕੇ ਤੇ ਉਹ ਹੀਰਾ ਹੌਲੀ ਹੌਲੀ ਵਿੰਨਿਆ ਜਾਂਦਾ ਹੈ। ਹੀਰਾ ਵੇਦੀਏ ਬਰਛੇ ਕਣੀ ਅਣੀ ਹੋਏ ਨੀਰੇ, ਧਾਗਾ ਹੋਏ ਪਰੋਈਏ ਹੀਰੇ ਮਾਲ ਰਸਾ ਲਗ ਹੀਰੇ। ਸੋ ਧਾਗੇ ਦੀ ਪ੍ਰੇਮ ਡੋਰੀ ਨਾਲ ਹੀਰਿਆਂ ਦੀ ਸੁੰਦਰ ਮਾਲਾ ਪਰੋ ਸਕੀ ਦੀ ਹੈ। ਤੋ ਸ਼ਬਦ ਹੀਰਾ ਹੀਰੇ ਨੂੰ ਵਿੰਨ ਦਿੰਦਾ, ਪ੍ਰੇਮ ਨਾਲ ਬੰਨ ਦਿੰਦਾ। ਸਾਧ ਸੰਗਤ ਗੁਰ ਸ਼ਬਦ ਲਿਵ ਹਉਮੈ ਮਾਰ ਮਰੇ ਮਨ ਧੀਰੇ। ਤੋ ਸਾਧ ਸੰਗਤ ਵਿੱਚ ਵਾਹਿਗੁਰੂ ਸਿਮਰਨ ਵਿੱਚ ਸੁਰਤ ਜੋੜਿਆ, ਸੁਨ ਸਮਾਧ ਹੋਇਆ, ਹਉਮੈ ਨੂੰ ਮਾਰ ਮੁਕਾ ਕੇ ਮਨ ਟਿਕ ਜਾਂਦਾ। ਮਨ ਜਿਨੇ ਮਨੁੰਦੇ ਲਏ, ਮਨ ਜਿਨੇ ਮੜੁੰਦੇ ਲਏ, ਮਨ ਜਿਨ ਮਨ ਜਿਨ ਮਨ ਜਿਨ ਮਨ ਦੇ ਲਏ, ਮਨ ਗੁਣ ਵਿੱਚ ਗੁਣ ਗੁਰਮੁਖ ਸਰੀਸੇ। ਮਨ ਜਿਨ ਮਨ ਦੇ ਲਏ, ਮਨ ਗੁਣ ਵਿੱਚ ਗੁਣ ਗੁਰਮੁਖ ਸਰੀਸੇ। ਗੁਰਮੁਖ ਸਰੀਰੈ, ਗੁਰਮੁਖ ਸਰੀਰੈ। ਗੁਰਮੁਖ ਮਨ ਗੁਰੂ ਨੂੰ ਦਿੰਦਾ ਹੈ, ਮਨ ਜਿਨ ਗੁਰਮੰਤਰ ਲੈਂਦਾ ਹੈ ਤੇ ਮਨ ਨੂੰ ਜਿੱਤ ਲੈਂਦਾ ਹੈ। ਮਨ ਜਿਨ ਮਨ ਜਿੱਤ ਜਾਂਦਾ ਹੈ, ਮਨ ਦੇ ਦਿੰਦਾ ਹੈ ਤੋ ਮਨ ਨੂੰ ਜਿੱਤ ਲੈਂਦਾ ਹੈ। ਇਹ ਵੱਡਾ ਗੁਣਾ, ਇਹ ਵੱਡਾ ਗੁਣਾ ਵਿੱਚ ਗੁਣ ਗੁਰਮੁਖਾਂ ਦੇ ਸਰੀਰ ਵਿੱਚ ਹੀ ਪੈਦਾ ਹੋ ਜਾਂਦਾ ਹੈ। ਇਹ ਵੱਡਾ ਗੁਣਾ ਵਾਲਾ ਗੁਣ ਵਿੱਚ ਗੁਰਮੁਖਾਂ ਦੇ ਸਰੀਰ ਵਿੱਚ ਹੀ ਪੈਦਾ ਹੋ ਜਾਂਦਾ ਹੈ। ਪੈਰੀ ਪੈ ਪਖਾਕ ਹੋਏ ਕਾਮ ਧੇਨ ਸੰਤ ਰਹਿਣ ਨੀਰੇ। ਤੋ ਗੁਰਮੁਖ ਨਿਮਰਤਾ ਦਾ ਗੁਣ ਧਾਰਨ ਕਰਕੇ ਪੈਰੀ ਪੈ ਕੇ ਚਰਨਾਂ ਦੀ ਧੂੜੀ ਬਣ ਕੇ ਗੁਰੂ ਦੇ ਚਰਨਾਂ ਦੀ ਧੂੜੀ ਦੀ ਬਰਾਬਰੀ ਕਾਮਤੈਨ ਗਊ ਵੀ ਨਹੀਂ ਕਰ ਸਕਦੀ। ਸੋ ਕਾਮਤੈਨ ਪਦਾਰਥਵਾਦ ਹੈ। ਗਾਂ ਤਾਂ ਕੁਛ ਦੁਨਿਆਵੀ ਪਦਾਰਥ ਦਿੰਦੀ ਹੈ, ਚਰਨ ਧੂੜੀ ਸੱਚਖੰਡ ਲੈ ਜਾਂਦੀ ਹੈ। ਚਰਨ ਧੂੜੀ ਲੈਣ ਤੋਂ ਬਗੈਰ ਸੱਚਖੰਡ ਜਾ ਹੀ ਨਹੀਂ ਸਕਦਾ। ਸੰਤ ਰਹਿਣ ਨੀਰੇ। ਕਾਮਤੈਨ ਦੀ ਬਰਾਬਰੀ ਕੀਤੀ ਚਰਨ ਧੂੜ ਨਾਲ। ਪੈਰੀ ਪੈ ਪਖਾਕ ਹੋਏ ਤੋ ਜਿਹੜੇ ਚਰਨ ਧੂੜ ਲੈਂਦੇ ਕਾਮਤੈਨ ਵੀ ਉਹਦਾ ਕੁਛ, ਕਾਮਤੈਨ ਉਹਦੇ ਬਰਾਬਰ ਦੀ ਕੁਛ ਨਹੀਂ ਹੈਗੀ। ਸਿਲਾ ਲੂਣੀ ਚਟਨੀ ਲਖ ਅੰਮ੍ਰਿਤ ਰਸ ਦਰਸ਼ਨ ਸਿਰੈ। ਸਿਲਾ ਲੂਣੀ ਪਰ ਇਹ ਲੂਣੀ ਸਿਲਾ ਦੇ ਚੱਟਣ ਵਾਲੀ ਤਪੱਸਿਆ ਹੈ, ਜਿਸ ਦੇ ਰਸਾਂ ਦੇ ਰਸ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਨ ਲਈ ਲੱਖਾਂ ਤਰਸਦੇ ਹਨ ਪਰ ਪ੍ਰਾਪਤ ਨਹੀਂ ਹੁੰਦਾ, ਪ੍ਰਾਪਤ ਨਹੀਂ ਹੁੰਦਾ। ਵਿਰਲਾ ਸੁਖ ਸੁਣੇ ਗੁਰ ਪੀਰੈ। ਕਿਉਂਕਿ ਗੁਰੂ ਪੀਰਾਂ ਦੀ ਸਿੱਖਿਆ ਨੂੰ ਪੂਰੇ ਤੌਰ ਤੇ ਕੋਈ ਵਿਰਲਾ ਹੀ ਸੁਣਦਾ ਹੈ ਤੇ ਕਮਾਉਂਦਾ ਹੈ, ਕੋਈ ਵਿਰਲਾ ਹੀ ਸੁਣਦਾ ਹੈ ਤੇ ਕਮਾਉਂਦਾ ਹੈ। ਪੌੜੀ 17ਵੀਂ। ਉਗੋ ਹੈ ਗੁਰਸਿੱਖਾਂ ਦੀ ਕਰਨੀ ਜਿਹੜੇ ਸਿਮਰਨ ਕਰਕੇ ਪਹੁੰਚ ਗਏ। ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ। ਗੁਰਸਿੱਖ ਗੁਰੂ ਦੀ ਸਿੱਖਿਆ ਸੁਣ ਕੇ ਅੰਦਰੋਂ ਸਿਆਣਾ ਹੋ ਜਾਂਦਾ, ਬਾਹਰੋਂ ਭੋਲਾ ਸਿੱਧਾ ਸਾਦਾ ਜਿਹਾ ਬਣ ਕੇ ਹੀ ਰਹਿੰਦਾ ਹੈ। ਸ਼ਬਦ ਸੁਰਤ ਸਾਵਧਾਨ ਹੋਏ, ਵਿਰੰਗ ਗੁਰ ਸ਼ਬਦ ਨਾ ਸੁਣ ਹੀ ਬੋਲਾ। ਤੋ ਵਾਹਿਗੁਰੂ ਸਿਮਰਨ ਵਿੱਚ ਸੁਰਤ ਜੋੜ ਕੇ ਸੁਚੇਤ ਰਹਿੰਦਾ, ਕਦੀ ਵੀ ਕੁਰੈਤ ਨਹੀਂ ਕਰਦਾ। ਤੋ ਵਾਹਿਗੁਰੂ ਸਿਮਰਨ ਤੋਂ ਬਗੈਰ, ਗੁਰਬਾਣੀ ਤੋਂ ਬਗੈਰ ਹੋਰ ਕੋਈ ਬੋਲ ਬਚਨ ਸੁਣਦਾ ਹੀ ਨਹੀਂ ਤੇ ਬੋਲਾ ਬਣ ਜਾਂਦਾ। ਬੋਲਾ ਸਤਿਗੁਰੂ ਦਰਸ਼ਨ ਦੇਖਣਾ, ਸਾਧ ਸੰਗਤ ਵਿੱਚ ਅੰਨਾ ਖੋਲਾ। ਤੋ ਸਾਧ ਸੰਗਤ ਵਿੱਚ ਗੁਰੂਆਂ ਦੇ ਦਰਸ਼ਨ ਕਰਦਾ ਹੈ। ਸੰਗਤ ਤੋਂ ਬਗੈਰ, ਗੁਰਬਾਣੀ ਤੋਂ ਬਗੈਰ, ਗੁਰੂ ਦੇ ਦਰਸ਼ਨਾਂ ਤੋਂ ਬਗੈਰ ਉਹ ਅੰਨਾ ਬੋਲਾ ਹੈ। ਨਾ ਤਾਂ ਕਿਸੇ ਹੋਰ ਦਾ ਦਰਸ਼ਨ ਕਰਦਾ ਹੈ, ਨਾ ਹੀ ਕਿਸੇ ਹੋਰ ਦੇ ਬਚਨ ਬਿਲਾਸ ਸੁਣਨਾ ਚਾਹੁੰਦਾ ਹੈ। ਅੰਨਾ ਖੋਲਾ ਹੈ, ਖੋਲਾ ਹੈ, ਖੋਲਾ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੂਲਾ। ਵਾਹਿਗੁਰੂ 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 ਗੁਰ ਸ਼ਬਦ ਮੰਤਰ ਦੀ ਕਮਾਈ ਕਰਦਾ ਹੈ। ਗੁਰ ਸ਼ਬਦ ਲੈ ਅੰਮ੍ਰਿਤ ਰਸ ਦਸਮ ਦੁਆਰ ਵਿੱਚੋਂ ਚੁੱਪ ਚਪੀਤੇ ਹੀ ਪੀਂਦਾ ਰਹਿੰਦਾ ਹੈ, ਕਿਸੇ ਨੂੰ ਜਨਾਉਂਦਾ ਹੀ ਨਹੀਂ। ਚੁੱਪ ਚਬੂਲਾ। ਪੈਰੀ ਪੈ ਪਖਾਕ ਹੋਏ ਚਰਨ ਧੋਏ ਚਰਨੋਦਕ ਝੋਲਾ। ਗੁਰੂ ਦੇ ਚਰਨੀ ਪੈ ਕੇ ਗੁਰੂ ਦੀ ਚਰਨ ਧੂੜ ਹੀ ਬਣ ਜਾਂਦਾ ਹੈ। ਗੁਰੂ ਦੇ ਚਰਨ ਧੋ ਕੇ ਚਰਨਾ ਮਿਰਤ ਲੈਂਦਾ ਹੈ, ਅੰਮ੍ਰਿਤ ਛਕਦਾ ਹੈ। ਸੋ ਪਹਿਲਾਂ ਚਰਨਾ ਮਿਰਤ ਸੀ, ਹੁਣ ਖੰਡੇ ਬਾਟੇ ਦਾ ਅੰਮ੍ਰਿਤ, ਇੱਕੋ ਹੀ ਗੱਲ ਹੈ। ਚਰਨ ਕਮਲ ਚਿਤ ਭਵਰ ਕਰ, ਭਵਜਲ ਅੰਦਰ ਰਹੇ ਨਿਰੋਲਾ।
ਭੌਰੇ ਦੇ ਤਰ੍ਹਾਂ ਚਰਨ ਕਮਲਾਂ ਦਾ ਵਾਹਿਗੁਰੂ ਨਾਮ ਸਿਮਰਨ ਦਾ ਨਿਰੋਲ ਪ੍ਰੇਮੀ ਬਣ ਕੇ ਹੋਰ ਪਾਸਿਓਂ ਸੰਸਾਰੀ ਖਿੱਚਾਂ ਤੋਂ ਬਿਲਕੁਲ ਨਿਰਲੇਪ ਹੋ ਕੇ ਅਛੋ ਰਹਿੰਦਾ ਹੈ। ਜੀਵਨ ਮੁਕਤ ਸਚਾਵਾ ਚੋਲਾ ਤੇ ਇਹੋ ਜਿਹੇ ਅੰਮ੍ਰਿਤ ਧਾਰੀ ਗੁਰਸਿੱਖ ਦੀ ਇਹ ਰਹਿਤ ਜੀਵਨ ਮੁਕਤੀ ਦਾ ਇੱਕ ਸੱਚਾ ਜਾਮਾ ਹੈ। ਜੀਵਨ ਮੁਕਤੀ ਜੀਵਨ ਮੁਕਤ ਭਾਈ। ਪੌੜੀ 18 ਵਾਲ ਦੀ ਬਰੀਕੀ ਦਾ ਦ੍ਰਿਸ਼ਟਾਂਤ ਦਿੱਤਾ ਹੈ। ਕਹਿੰਦਾ ਸਿਰ ਵਿੱਚ ਨਿੱਕੇ ਵਾਲ ਹੋਏ ਸਾਧੂ ਚਵਰ ਕਰ ਢਾਲੈ। ਸਿਰ ਦੇ ਵਾਲ ਬਹੁਤ ਨਿੱਕੇ ਪਤਲੇ ਹਨ। ਕੇਸਾਂ ਦਾ ਚਵਰ ਬਣਾ ਕੇ ਗੁਰੂ ਦੇ ਚਰਨ ਸਾਫ਼ ਕਰੇ ਤੋ ਸਿਰ ਤੇ ਝੁਲਾਵੇ, ਭਾਵ ਇੰਨੀ ਸੇਵਾ ਕਰੇ ਸਰੀਰ ਹੀ ਅਰਪਣ ਕਰ ਦੇਵੇ। ਚਵਰ ਨਹੀਂ ਬਣਾਉਣਾ। ਐਗਜ਼ਾਮਪਲ ਦਿੱਤੀ ਏ ਕਿ ਉਹਦਾ ਚਵਰ ਬਣਾ ਕੇ ਢਾਲੇ ਤੇ ਝੁਲਾਵੇ। ਚਵਰ ਕੇਸਾਂ ਦਾ ਬਣਾ ਕੇ ਗੁਰੂ ਦੇ ਚਰਨ ਸਾਫ਼ ਕਰੇ। ਗੁਰਸਰ ਤੀਰਥ ਨਾਇਕ ਹੈ, ਹੰਝੂ ਭਰ ਪੈਰ ਪਖਾਲੇ। ਗੁਰੂ ਦੇ ਸਰੋਵਰ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਵਿੱਚ ਸੁਰਤ ਡੋਬ ਦੇਣੀ, ਸੁਰਤ ਦੀ ਚੁੱਭੀ ਮਾਰਨੀ, ਸੁਰਤ ਜੁੜ ਜਾਣੀ, ਸੁਨ ਸਮਾਧ ਹੋ ਜਾਣਾ, ਮਨ ਦਾ ਟਿਕ ਜਾਣਾ। ਪਵਿੱਤਰ ਤੀਰਥ ਹੈ। ਇੱਥੇ ਮਨ ਦਾ ਇਸ਼ਨਾਨ ਆਤਮਿਕ ਇਸ਼ਨਾਨ ਕਰਕੇ, ਸਰੀਰਕ ਇਸ਼ਨਾਨ ਤਾਂ ਬੁੱਧੂ ਕਰਦੇ ਹਨ, ਵਿਵੇਕਹੀਨ ਦੈਤ ਹੋਏ। ਤੋ ਜਦੋਂ ਮਨ ਸਾਫ਼ ਹੋ ਜਾਂਦਾ ਹੈ ਤਾਂ ਵਿਰਾਗ ਆਉਂਦਾ ਹੈ। ਸੋ ਵਿਛੋੜੇ ਦਾ ਸਲ ਮੈਂ ਜੀਵ ਰੱਬ ਹੋ ਕੇ ਅਜੇ ਰੱਬ ਤੋਂ ਵਿਛੜਿਆ ਹੋਇਆ ਕਦੋਂ ਮਿਲਾਂਗਾ। ਸੋ ਮੈਂ ਜੀਵ ਰੱਬ ਅਜੇ ਰੱਬ ਤੋਂ ਵਿਛੜਿਆ ਹੋਇਆ ਕਦੋਂ ਮਿਲਾਂਗਾ। ਜੀਵਨ ਤਾਂ ਗੁਜ਼ਰ ਚੱਲਿਆ, ਰੋਂਦਾ ਕਰਾਂਦਾ, ਉੱਚੀ ਉੱਚੀ ਰੋਂਦਾ, ਅੰਦਰੋਂ ਰੋਂਦਾ ਤੇ ਅਵਸਥਾ ਵਿਰਾਗਮਈ ਬਣ ਜਾਂਦੀ। ਹੁਣ ਜਦੋਂ ਇਸ ਅਵਸਥਾ ਵਿੱਚ ਗੁਰੂ ਨੂੰ ਮੱਥਾ ਟੇਕਦਾ ਤਾਂ ਹੰਝੂਆਂ ਦਾ ਭਰਿਆ ਹੋਇਆ ਹੰਝੂਆਂ ਨਾਲ ਹੀ ਗੁਰੂ ਦੇ ਪੈਰ ਧੋ ਦਿੰਦਾ, ਭਾਵ ਛੱਡਦਾ ਨਹੀਂ। ਗੁਰੂ ਦੇ ਪੈਰਾਂ ਵਿੱਚ ਉਸਦਾ ਸਿਰ ਟਿਕਿਆ ਰਹਿੰਦਾ ਤੇ ਰੋਂਦਾ ਰਹਿੰਦਾ। ਬਸ ਇਸ ਤੋਂ ਬਾਅਦ ਸਿਰਫ ਦਰਸ਼ਨਾਂ ਲਈ, ਸੱਚਖੰਡ ਦੇ ਦਰਸ਼ਨਾਂ ਲਈ ਬਖਸ਼ਿਸ਼ ਦੀ ਲੋੜ ਹੈ। ਜੀਵਨ ਸਫਲਾ ਹੋ ਜਾਣਾ ਉਹ ਗੁਰੂ ਨੇ ਹੀ ਕਰਨੀ ਹੈ। ਤੇ ਜਿਸ ਦੇ ਚਰਨ ਵਿਰਾਗ ਨਾਲ ਧੁੱਪ ਗਏ ਹਨ, ਇਹੀ ਗੁਰੂ ਚਾਹੁੰਦਾ ਹੈ ਮੇਰੇ ਵਰਗਾ ਬਣ ਜਾ, ਮੈਂ ਤੈਨੂੰ ਸੱਚਖੰਡ ਲੈ ਜਾਣਾ। ਉਹ ਸੱਚਖੰਡ ਨਦੇੜ ਨਹੀਂ ਕਿ ਆਈ ਐਮ ਵੇਟਿੰਗ ਫਾਰ ਯੂ ਇਨ ਸੱਚਖੰਡ, ਨਾਟ ਇਨ ਨਦੇੜ ਬਟ ਸੱਚਖੰਡ, ਰੀਅਲ ਸੱਚਖੰਡ। ਸਾਨੂੰ ਸਮਝ ਨਹੀਂ। ਸੋ ਕਾਲੀ ਹੂੰ ਧੌਲੇ ਕਰੇ, ਚੱਲਣ ਜਾਣ ਨਿਸ਼ਾਨ ਸੰਭਾਲੇ। ਤੇ ਜਦੋਂ ਰੱਬ ਵੱਲੋਂ ਹੀ ਕਾਲੇ ਵਾਲ ਤੋਂ ਚਿੱਟੇ ਹੋ ਜਾਣ, ਫਿਰ ਧਿਆਨ ਨਾਲ ਸੁਣੋ, ਬੜੀ ਪਿਆਰੀ ਗੱਲ ਕਹੀ ਆ ਭਾਈ। ਮੈਂ ਤੈਨੂੰ ਕਿਹਾ ਸੀ ਨਾ, ਭਾਈ ਗੁਰਦਾਸ ਜੀ ਮਾਸਟਰ ਕੀ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲ੍ਹਣ ਲਈ, ਸਮਝਣ ਲਈ ਭਾਈ ਗੁਰਦਾਸ ਜੀ ਨੂੰ ਪੜ੍ਹੋਗੇ ਨਾ, ਤੁਹਾਨੂੰ ਹਰ ਗੱਲ ਸਮਝ ਆ ਜਾਏ। ਹਰ ਗੱਲ ਕੀ ਕਹਿੰਦੇ, ਜਦੋਂ ਰੱਬ ਵੱਲੋਂ ਹੀ ਕਾਲੇ ਵਾਲ ਤੋਂ ਚਿੱਟੇ ਹੋ ਜਾਣ ਤਾਂ ਇਹ ਨਿਸ਼ਾਨੀ ਹੈ, ਜਾਂ ਇਹ ਨਿਸ਼ਾਨੀ ਜਾਣੋ ਕਿ ਹੁਣ ਸੰਸਾਰ ਤੋਂ ਚੱਲਣ ਦਾ, ਮੌਤ ਦਾ ਸਮਾਂ ਆ ਗਿਆ। ਸੰਸਾਰ ਤੋਂ ਚੱਲਣ ਦਾ, ਮੌਤ ਦਾ ਸਮਾਂ ਆ ਗਿਆ। ਪਰ ਹੁਣ ਸੰਸਾਰਕ ਪੱਖ ਛੱਡ ਦਿਓ, ਪਰਿਵਾਰ ਦਾ ਮੋਹ ਛੱਡ ਦਿਓ ਤੇ ਹੁਣ ਰੱਬ ਦੀ ਭਗਤੀ ਕਰਨੀ ਸ਼ੁਰੂ ਕਰ ਦਿਓ। ਦੇਖੋ, ਕਾਲੀ ਹੂੰ ਧੌਲੇ ਕਰੇ ਆ ਗਏ, ਚੱਲਣ ਜਾ ਨਿਸ਼ਾਨ ਸੰਭਾਲੇ। ਇਹ ਨਿਸ਼ਾਨੀ ਆ ਤੇ ਹੁਣ ਰੱਬ ਨੂੰ ਸੰਭਾਲ ਲਾ ਭਾਈ ਓਏ। ਮੌਤ ਦਾ ਸੱਦਾ ਆ ਗਿਆ, ਸਮਝੋ ਸੰਸਾਰ ਤੋਂ ਚੱਲਣ ਦਾ ਸਮਾਂ ਆ ਗਿਆ। ਹੁਣ ਸੰਭਾਲ ਲੈ, ਵਾਹਿਗੁਰੂ ਨੂੰ ਸੰਭਾਲ ਲੈ ਭਾਈ, ਵਾਹਿਗੁਰੂ ਨੂੰ ਹੁਣ ਯਾਦ ਕਰ ਲੈ। ਪਰ ਆਪਾਂ ਤਾਂ ਨਹੀਂ ਕਰਦੇ, ਆਪਾਂ ਤਾਂ ਬੁੱਢੇ ਵੇਲੇ ਵੀ ਉੱਥੇ ਹੀ ਖੜੇ ਆ। ਪੈਰੀ ਪੈ ਪਖਾਕ ਹੋਏ, ਪੂਰਾ ਸਤਿਗੁਰੂ ਨਦਰ ਨਿਹਾਲੇ। ਤੇ ਗੁਰੂ ਦੀ ਚਰਨੀ ਲੱਗ ਕੇ ਪੈਰੀ ਪੈ ਪਖਾਕ, ਗੁਰੂ ਦੀ ਚਰਨ ਧੂੜ ਹੋ ਜਾ। ਪੂਰਾ ਬਾਬਾ ਨਾਨਕ ਵਾਹਿਗੁਰੂ ਮਿਹਰ ਦੀ ਨਿਗਾਹ ਨਾਲ ਤੈਨੂੰ ਨਿਹਾਲੋ ਨਿਹਾਲ ਕਰ ਦੇਗਾ, ਸੱਚਖੰਡ ਲੈ ਜਾਏਗਾ। ਪੈਰੀ ਪੈ ਪਖਾਕ ਹੋਏ, ਚਰਨ ਧੂੜ ਹੋ ਜਾ। ਸੋ ਕਾਗ ਕੁਮੰਤੋਂ ਪਰਮਹੰਸ ਉਜਲ ਮੋਤੀ ਖਾਏ ਖਵਾਲੇ। ਸੋ ਬਾਬਾ ਨਾਨਕ ਮੇਰਾ ਵਾਹਿਗੁਰੂ, ਕਾਂ ਵਰਗੇ ਵਿਕਾਰੀ ਬੰਦੇ, ਮੇਰੇ ਵਰਗੇ ਗੰਦੇ ਬੰਦੇ, ਕਾਂ ਗੂੰ ਖਾਣੇ। ਸੋ ਕਾਲੇ, ਕਾਂ ਕਾਲੇ ਹੁੰਦੇ ਅੰਦਰੋਂ ਕਾਲੇ, ਮਤਲਬ ਕਾਂ ਦਾ ਐਗਜ਼ਾਮਪਲ ਹੈ ਅੰਦਰੋਂ ਕਾਲੇ। ਉਹ ਮੇਰੇ ਵਰਗਾ ਹੋਣਾ ਕੋਈ ਪਤਤ ਕਾਲੇ ਮੱਤੀ ਮਨ ਨੂੰ
निर्मल हंस वर्गा चिट्टा कर दिंदा है। कुमत्ती मन नूं कुमत्ती देखो, फिर देखो बाबा नानक वाहेगुरु कां वर्गे विकारी पतत गूं खाने, काले मीन अंदरों काले, काले मन वाले पतत कुमत्ती मन नूं निर्मल हंस वर्गा चिट्टा कर दिंदा है, जो पवित्र मोती खांदा है ते अगों होरनां नूं खवांदा है। खाए खवाले मतलब कां नूं कागों हंस करे। वालों निकी आखिए गुरसिੱਖੀ सुन गुरसिੱਖ पाले। ये सिੱਖੀ वाल तो निकी है, बरीक है, सूक्ष्म है। सूक्ष्म गल आ कदी गुरुद्वारे गल कीती किसी ने? सूक्ष्म गल वालों निकी आखिए की है? वालों निकी कदी गल भाई गुरदास दी वार किसी ने पढ़ी गुरुद्वारे? तुहानू समझाई किसी ने? किसी ने तुहानू ठीक तरह समझाया? सो निकी है, बरीक है गुरसिੱਖੀ वाल तो निकी है, बरीक है, सूक्ष्म है, सुरत दी खेड है, सो शरीर दी खेड नहीं हैगी। तो गुरु दी सिੱਖਿਆ सुन के गुरसिੱਖੀ पालदा है, सामदा है। गुरसिੱਖ लंघे पिरम प्याले। सो गुरसिੱਖ अमृत रस पी के संसार समुंदर लंघ के सचखंड पहुंच जाता है। लंघे लंघ गया, होर कोई पहुंच नहीं सकता भाई। पौड़ी 19वीं गुल्लर दे ब्रिश दा दृष्टांत है। गुल्लर दा ब्रिश हुंदा है, गुल्लर अंदर भुनहना, गुल्लर नूं ब्रह्मंड विखाना है। भुनहना बंदा मच्छर, मच्छर वर्गा कीड़ा है एक बरीक। सो गुल्लर गुल्लर ब्रिश दे अंदर भुनहना वो कीड़ा हुंदा है, वो गुल्लर नूं ब्रह्मंड समझदा। देखिया गुल्लर दरख्त बहुत वड्डा हुंदा है, वो कहंदा है ब्रह्मंड ही आ, वड्डा बहुत वड्डा, सल्ले तो लैके उत्ते तक तुर के जांदा विच, वो समझदा है ब्रह्मंड ही आ। जिवें वो डड्डू खूह दा डड्डू कहंदा है समुंदर ही आ, बस वही गल आ जी। गुल्ले लगन लख फल, एक दो लख लख न जाने। तो गुल्लर नूं लखां फल लगदे हन, फिर एक फल तो कई लख हो के अलग ही कहीदा, तो गिणिया नहीं जाता भाई। लख लख बिरख बगीचियों, लख बगीचे बाग वखाने। सो एक बगीचे तो कई लख बिरछ हुंदे हन, लखां बगीचियां नूं बाग कहीदा, बाग कहीदा। तो लख बाग ब्रह्मंड विच, लख ब्रह्मंड लूं विच आने, ते ब्रह्मंड विच लखां ही बाग हन। लखां ब्रह्मंड वाहिगुरू दे एक रूम विच हन। हुण इह वाहिगुरू दी गल कीती, लखां ब्रह्मंड वाहिगुरू दे एक रूम विच हन। भाई ये ख्याल रखना, पौड़ी 19वीं आ, चौथी वार दी ख्याल रखो जरा, पढ़ के देखो। मेहर करे जे मेहरबान, गुरमुख साध संगत रंग माने। सो एडा वड्डा वाहिगुरू जो मेहर कर देवे तो जीव गुरु दे राही अमृत छक के, भाव 10वें पातशाह दा पुत्र बन के, रब दा पुत्र बन के, साध संगत विच रब दे प्यार दा, मिलाप दे प्यार दे, विआह दे प्यार दा आनंद माणदा। साध संगत रंग माणे, विआह ही कराउणा ना, मिलाप। तो वाहिगुरू मेहर सिर्फ अपने पुत्र ते ही करदा है, जिन्हों अमृत दी दात दे दिंदा है। जो जिवें असीं सब कुछ अपने पुत्रां लई ही करदे हां, असीं भी तो दूसरिਆਂ ਲਈ नहीं करते। ਤੁਸੀਂ कदी अपने गुआंढी पुत्र ਉਹਦੀ फीस भरी आ, ਉਹਨੂੰ कदी ਲੱਖ 2 ਲੱਖ रुपए ਦਿੱਤਾ? ਪਰ क्यों नहीं ਦਿੰਦੇ? ਤੁਸੀਂ क्यों नहीं ਦਿੰਦੇ ਗੁਆਂਢੀਆਂ ਦੇ ਪੁੱਤਰਾਂ ਨੂੰ? ਈਰਖਾ ਕਰਦੇ ਹੋ ਸਗੋਂ। ਤੇ ਇਸੇ ਤਰ੍ਹਾਂ ਵਾਹਿਗੁਰੂ ਆਪਣੇ ਪੁੱਤਰਾਂ ਨੂੰ ਹੀ ਪਿਆਰ ਕਰਦਾ, ਤੁਹਾਨੂੰ ਕਿਉਂ ਕਰੂਗਾ? ਆਪਣੇ ਪੁੱਤਰ ਨੂੰ, ਜਿਹਨੂੰ ਆਪਣਾ ਪੁੱਤਰ ਬਣਾਉਂਦਾ। ਮਾਤਾ ਸਾਹਿਬ ਕੌਰ, ਪਿਤਾ ਗੁਰੂ ਗੋਬਿੰਦ ਸਿੰਘ, ਉਹਨੂੰ ਪਿਆਰ ਕਰਦਾ ਹੈ। ਸਾਹਿਬਜ਼ਾਦੇ ਤੇਰੇ ਭਰਾ, ਉਹਨੂੰ ਪਿਆਰ ਕਰਦਾ, ਉਹ ਵੀ ਉੱਦਾਂ ਦਾ ਹੀ ਹੈ, ਸਾਡੇ ਵਰਗਾ ਹੀ ਆ। हाँ आप रब ना, वाहिगुरू दे छोटे पुत्र आप, गुरु नानक दे छोटे पुत्र वाहिगुरू, इसे तरह ही रब। इसे तरह ही हाँ असी भी तो दूसरिਆਂ ਨੂੰ प्यार नहीं करते, उल्टा वाहिगुरू दूसरिਆਂ ਨੂੰ भी हरामी आखदा। वाहिगुरू भी इदां ही आखदा, तू मेरा पुत्र नहीं बनया तो हरामी। उल्टा वाहिगुरू भी, तो मनुखा जन्म ही तैनू मैं दिता सी ते तू मेरा पुत्र बनन तो इनकारी है, कोई गल नहीं, गदार है, हरामी है। आ अगे नरकां विच घुमावांगा। तो असी उसकी खेड नूं समझ नहीं रहे, माया विच मस्त अंदर देखते नहीं कौन। सो माया लक्ष्मी उसकी दासी है। सो वाहिगुरू मैं कहना सूक्ष्म खेड है। सो गुरसिੱਖੀ बरीक है, की हुंदी है सूक्ष्म। पैरी पै पखाक होए साहिब दे चले ओ भाने।
तो गुरु की चरनी पै के अमृतधारी हो के गुरु के चरण धूड़ बन के तो मालक दे भाने अंदर वो गुरसिख चलता है, सुभाव ही वाहिगुरू नाल मिला लेंदा है। होमे जाए तो जाए सियाणे, तो होमे सिर्फ चरण धूड़ नाल ही जाती, झूठे भांडिया नाल जाती, झाड़ू पोचे नाल जाती, तो सिमरन नाल जाती। होमे खत्म हो जाए तो सचखंड पहुँच जाता। जाए सियाणे ते गुरु नूं, वाहिगुरू नूं, श्री गुरु ग्रंथ साहिब जी नूं, असली संगत नूं सच्चे नाम नाल पछाण लैंदा है। उन्होंने सूक्ष्म गल देखो, वालों निक्की वाली गल समझा गई सुमरन करन वाले ने। होमे जाए तो पौड़ी 20वीं दूज दे चंद्रमा का दृष्टांत दिता है। दूज दे चंद्रमा का दोए दे चंद अलोप होए, तीए ये चढ़दा होए निक्का। दोए दे सो 2 दिन मस्या ते एकम नूं चंद्रमा अलोप रहिंदा है, तो दूज वाले दिन निक्का जिहा हो के निकलदा है, निक्का जिहा हो के निकलदा है। तो उठ उठ जगत जोहारदा, गगन महेश्वर मस्तक टिक्का। तो उठ उठ के संसार दे लोग, खास करके मुसलमान लोग वेखदे ते नमस्कारां कर। हिंदू भी चंद्रमा नूं पूजदा, पूर्णमाशी मस्या दोवां नूं पूजदा। तो दूज दा चंद आसमान विच इउं हुंदा है जिवें शिव जी दे मत्थे ते तिलक लगा हुंदा है। तो 16 कलां संघारिए सफल जन्म सोहे कल टिक्का, कल इक्का। तो एक एक करके जिवें चांदियां 16 कलां खत्म होईयां, पर एकम नूं एक कला वाला नवा जन्म होण करके फिर शोभदा है। तो अमृत किरण सुहामनी निजर झरे सिंजे सह सिक्का। तो सिकदी शोह नूं देख के चंद्रमा अपनी सोहणियां किरणां नाल खेतां ते बिरछां दे पत्तियां नूं सिंजदा है। शीतल सत शांत संतोख होए सहज संजोगी रतन मिक्का। चंद्रमा शीतलता शांति ते संतोख दिंदा है, सहज आत्मक अडोलता दे संजोग दा अमोलक रतन है। तो करे अनेरो चानना हनेरों, चानना हनेरों, अनेरों ऐड़ा पाया। करे हनेरों चानना डोर चकोर ध्यान तर छिक्का। सो हनेरे विच चंद्रमा चानन करदा है ते चकोर प्यार सुरत दी डोर नाल चंद वल खिंचिया जांदा, खिंचिया ही रहिंदा है। आप गवाए अमोल अमिक्का मनिक्का, आप गवाए अमोल मनिक्का। तो होमे खत्म करन करके ही अमोलक मानक बनता है। होमे नूं मारना सब तो जरूरी खेड है, जो सब तो औखी है। जिवें कि असीं शरीर नूं तलाक दे देना बड़ा औखा भाई, सो होमे मारनी तलीक शरीर नूं तलाक देण दे बराबर है। तो बख्शिश तो बगैर मरदी नहीं, घालना घालण तो बगैर बख्शिश हुंदी नहीं, गुरबाणी विचारन तो बगैर घालना घाली नहीं जाती, अमृत छकन तो बगैर गुरबाणी विचारी नहीं जाती, समझ ही नहीं आती। तो शरीर अमृत छकन नूं छकन नहीं दिंदा, कुरैत करन दा आदी है, खुराक है दी वैल्थ वूमन वाइन है, कुरैत इसकी खुराक है। कुरैत छड्डण तो बगैर बंदा इंसान नहीं, इंसानियत नहीं आती। इंसानियत धारन तो बगैर भांडा सुच्चा नहीं हुंदा, नाम टिक नहीं सकता। सो अमृत की दात मिलती ही नहीं। शरीर विचारा करे तो की करे। तो अमृत छकन तो बगैर पढ़ाई में दाखला ही नहीं है, भाव दाखल ही नहीं हुए। दाखला सिर्फ गुरु नानक दे स्कूल में लैना है, नहीं तो पढ़ाई का सर्टिफिकेट ही नहीं मिलना। सो भाव अनपढ़ ही रहे। तो तुसी तो दुनियावी पढ़ाई पढ़ी है माया कमाउण लई, आत्मक पढ़ाई भी पढ़ाई पढ़नी सी ना, अनपढ़ रह गए। अनपढ़ता एक श्राप है। हाँ, लिटरेसी इज ए कर्स। सो दसो तुसी की कीता जाए। शरीर मर जाए, आत्मा अविनाशी है। तो आत्मा पढ़ी नहीं, अनपढ़ है, अनपढ़ डंगर है। तो नरकां में सारे डंगर ही हैं, उत्थे कोई इंसान नहीं है। जाके देख ले, सचखंड तो अमीर ते धनाड़ ते इंसान वसते हैं, पढ़िया लिखिया सियाणा इंसान रहिंदा। तो उहाँ गनी बसे महमूर रविदास जी। सो हुण आप ही सोच लै की करना है।
ਦੁਬਾਰਾ ਜੀਵਨ ਮਿਲਣਾ ਨਹੀਂ, 4 ਯੁਗਾਂ ਬਾਅਦ ਵਾਰੀ ਆਉਣੀ ਹੈ। ਅੰਮ੍ਰਿਤਧਾਰੀ ਗੁਰਸਿੱਖ ਨਰਕਾਂ ਵਿੱਚ ਜਾ ਹੀ ਨਹੀਂ ਸਕਦਾ, ਕੋਈ ਲਿਜਾ ਹੀ ਨਹੀਂ ਸਕਦਾ। ਜਾਣਾ ਕੀ ਹੈ, ਕੋਈ ਲਿਜਾ ਹੀ ਨਹੀਂ ਸਕਦਾ। ਪੌੜੀ 21ਵੀਂ ਧਰੂ ਭਗਤ ਦਾ ਦ੍ਰਿਸ਼ਟਾਂਤ ਦਿੱਤਾ ਹੈ। ਹੋਏ ਨਿਮਾਣਾ ਭਗਤ ਕਰ ਗੁਰਮੁਖ ਧਰੂ ਹਰ ਦਰਸ਼ਨ ਪਾਇਆ। ਤੋ ਧਰੂ ਨੇ ਰਾਜੇ ਦਾ ਮੁੰਡਾ ਸੀ, ਨਿਮਾਣਾ ਹੋ ਕੇ ਭਗਤੀ ਕੀਤੀ ਤੇ ਗੁਰੂ ਵਾਲਾ ਬਣ ਕੇ ਵਾਹਿਗੁਰੂ ਦੇ ਦਰਸ਼ਨ ਕੀਤੇ। ਭਗਤ ਵਿਛਲ ਹੋਏ ਭੇਟਿਆ ਮਾਨ ਨਿਮਾਣੇ ਆਪ ਦਿਵਾਇਆ। ਸੋ ਭਗਤੀ ਨਾਲ ਪਿਆਰ ਕਰਨ ਵਾਲੇ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਤੇ ਨਿਮਾਣੇ ਨੂੰ ਆਪ ਮਾਨ ਦਿੱਤਾ। ਮਾਤ ਲੋਕ ਵਿੱਚ ਮੁਕਤ ਕਰ ਨਿਚਲ ਵਾਸ ਆਗਾਸ ਚੜਾਇਆ। ਤੋ ਮਾਤ ਲੋਕ ਵਿੱਚ ਹੀ ਮੁਕਤ ਕਰਕੇ ਆਕਾਸ਼ ਵਿੱਚ ਚੜਾ ਕੇ ਨਿਚਲ ਟਿਕਾਣਾ ਬਣਾ ਦਿੱਤਾ। ਜੋ ਚੰਦ ਸੂਰਜ 33 ਕਰੋੜ ਪਰ ਦੱਖਣ ਚੌਫੇਰ ਫਿਰਾਇਆ। ਹੁਣ ਵੀ ਚੰਦ ਸੂਰਜ ਤੇ 33 ਕਰੋੜ ਦੇਵਤੇ ਧਰੂ ਤਾਰੇ ਦੀ ਪਰਿਕਰਮਾ ਕਰਦੇ ਹਨ। ਵੇਦ ਪੁਰਾਣ ਵਖਾਣ ਦੇ ਪ੍ਰਗਟ ਕਰ ਪ੍ਰਤਾਪ ਜਨਾਇਆ। ਵਾਹਿਗੁਰੂ ਦੇ ਇਸ ਪ੍ਰਤੱਖ ਜ਼ਾਹਿਰਾ ਪ੍ਰਤਾਪ ਨੂੰ ਵੇਦ ਤੇ ਪੁਰਾਣ ਹਿੰਦੂ ਮੁਸਲਮਾਨ ਬਿਆਨ ਕਰਦੇ ਹਨ। ਅਭਿਗਤ ਗਤ ਅਤ ਅਗੰਮ ਹੈ, ਅਕਥ ਕਥਾ ਵਿਚਾਰ ਨ ਪਾਇਆ। ਪਰ ਵਾਹਿਗੁਰੂ ਦੇ ਉਸ ਦੇ ਕਰਤਵ ਗਤੀ ਤੋਂ ਪਰੇ ਹਨ। ਪਰ ਵਾਹਿਗੁਰੂ ਤੇ ਉਸ ਦੇ ਕਰਤਵ ਗਤੀ ਤੋਂ ਪਰੇ ਹਨ, ਪਹੁੰਚ ਤੋਂ ਬਹੁਤ ਹੀ ਪਰੇ ਹੈ। ਤੇ ਉਸ ਦੀ ਕਥਾ ਵਿਚਾਰੀ ਹੀ ਨਹੀਂ ਜਾ ਸਕਦੀ ਤੇ ਵਿਚਾਰ ਸਮਝ ਵਿੱਚ ਨਹੀਂ ਆਉਂਦਾ। ਗੁਰਮੁਖ ਸੁਖ ਫਲ ਲੱਖ ਲਿਖਾਇਆ, ਪਰ ਉਸਨੇ ਅੰਮ੍ਰਿਤਧਾਰੀ ਗੁਰਸਿੱਖ ਨੂੰ ਜੀਵਨ ਮਨੋਰਥ ਸਦੀਵੀ ਸੁੱਖਾਂ ਦੀ ਪ੍ਰਾਪਤੀ ਲਈ ਅਲੱਖ ਵਾਹਿਗੁਰੂ ਜੋ ਜਾਣਿਆ ਨਹੀਂ ਜਾ ਸਕਦਾ ਜਨਾ ਦਿੱਤਾ, ਦਿਖਾ ਦਿੱਤਾ, ਸਮਝਾ ਦਿੱਤਾ। ਸੱਚਖੰਡ ਪਹੁੰਚ ਕੇ ਸਾਰੀ ਹੀ ਗੱਲ ਸਮਝ ਵਿੱਚ ਆ ਜਾਂਦੀ ਹੈ। ਉੱਥੇ ਵਾਹਿਗੁਰੂ ਦਾ ਪ੍ਰਕਾਸ਼ ਨਾਲ ਜਗਮਗ ਨੂਰੋ ਨੂਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਪ੍ਰਕਾਸ਼ਮਾਨ ਹਨ। ਤੋ ਰਾਜ ਬਾਬੇ ਨਾਨਕ ਦਾ ਹੈ, ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੱਲਦਾ ਹੈ। ਸਾਰੀ ਸ੍ਰਿਸ਼ਟੀ ਦੀ ਦੇਖਭਾਲ 10ਵੇਂ ਪਾਤਸ਼ਾਹ ਕਰ ਰਹੇ ਹਨ। ਪਰ ਇਹ ਤਿੰਨੇ ਇੱਕੋ ਹੀ ਹਨ, ਸਿਰਫ ਦੇਖਣ ਨੂੰ 3 ਹਨ। ਤਿੰਨੇ ਹੀ ਜੋਤ ਹਨ, ਨੂਰ ਹਨ, ਪ੍ਰਕਾਸ਼ ਹਨ। ਰੱਬ 10 ਗੁਰੂ ਤੇ ਸ਼ਬਦ ਗੁਰੂ, ਤਿੰਨਾਂ ਵਿੱਚੋਂ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਤੋ ਰੱਬ ਤੇ 10 ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਨ, ਇਹਨਾਂ ਦਾ ਹੀ ਹੁਕਮ ਮੰਨਦੇ ਹਨ। ਇਹੀ ਗੱਲ ਸਾਰੀ ਸ੍ਰਿਸ਼ਟੀ ਨੂੰ ਸਮਝਾਉਣਾ ਚਾਹੁੰਦਾ, ਅਜੇ ਕੋਈ ਸੁਣਦਾ ਹੀ ਨਹੀਂ। ਸਮਾਂ ਆਉਣ ਤੇ ਵਾਹਿਗੁਰੂ ਮਿਹਰ ਕਰੇਗਾ, ਜ਼ਰੂਰ ਕਰੇਗਾ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਹੁੰਦੇ, ਤੁਸੀਂ ਵਾਹਿਗੁਰੂ ਬਾਰੇ ਕੀ ਜਾਣਦੇ ਸੀ? ਤੁਸੀਂ ਦੱਸੋ। ਕੋਈ ਦੁਨੀਆ ਦੀ ਹੋਰ ਧਾਰਮਿਕ ਕਿਤਾਬ ਤਾਂ ਵਾਹਿਗੁਰੂ ਬਾਰੇ ਜਾਣਦੀ ਕੁਛ ਨਹੀਂ, ਫਿਰ ਤੁਸੀਂ ਗੁਰੂ ਬਾਰੇ ਕੀ ਜਾਣਦੇ ਸੀ? ਹੋਰ ਕੋਈ ਬੰਦਾ ਗੁਰੂ ਬਾਰੇ ਕੀ ਜਾਣ ਸਕਦਾ? ਵਾਹਿਗੁਰੂ ਬਾਰੇ ਕੀ ਜਾਣ ਸਕਦਾ? ਇਹ ਕੁਦਰਤ ਬਾਰੇ ਕੀ ਜਾਣ ਸਕਦਾ? ਦੱਸੋ। ਹੈ ਨਾ, ਕਿਸੇ ਨੂੰ ਪਤਾ ਹੀ ਨਹੀਂ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਵੱਡੇ ਹੈ। ਵਾਰ 5ਵੀਂ ਗੁਰਸਿੱਖਾਂ ਦੀ ਭਗਤੀ ਦੇ ਲੱਛਣ ਗੁਣ ਗੁਰਸਿੱਖਾਂ ਦੀ। ਸੋ ਗੁਰਮੁਖ ਹੋਵੇ ਸਾਧ ਸੰਗ, ਹੋ ਰਤਨਾ ਸੰਗ ਕੋ ਸੰਗ ਨ ਰਚੈ। ਜੋ ਗੁਰੂ ਦੀ ਸੰਗਤ ਵਿੱਚ ਗੁਰੂ ਵਾਲਾ ਬੰਦਾ ਹੈ, ਅੰਮ੍ਰਿਤਧਾਰੀ ਬਣਦਾ ਹੈ, ਉਹ ਭੈੜਿਆਂ ਵਿਕਾਰੀਆਂ ਦੀ ਸੰਗਤ ਹੀ ਨਹੀਂ ਕਰਦਾ, ਭਾਵ ਹੋਰਨਾਂ ਦੀ ਸੰਗਤ ਹੀ ਨਹੀਂ ਕਰਦਾ, ਸਿਰਫ ਨਾਮ ਹੀ ਜਪਦਾ ਹੈ। ਗੁਰਮੁਖ ਪੰਥ ਸੁਹੇਲੜਾ, 12 ਪੰਥ ਨ ਖੇਚਲ ਖੱਚੈ। ਅੰਮ੍ਰਿਤਧਾਰੀ ਗੁਰਸਿੱਖਾਂ ਦਾ ਰਾਹ, ਪੰਥ ਧਰਮ ਰੱਬ ਨੂੰ ਪਹੁੰਚਣ ਲਈ ਬੜਾ ਸੌਖਾ ਹੈ, ਸੁਹੇਲੜਾ। ਤੋ ਜੋਗੀਆਂ ਦੀ ਤਰ੍ਹਾਂ 12 ਪੰਥਾਂ ਦੀਆਂ ਖੇਚਲ ਵਿੱਚ ਖਚਤ ਨਹੀਂ ਹੁੰਦਾ, ਫਿਰ ਵੀ ਰੱਬ ਨੇ ਮਿਲਣਾ। ਤੋ ਗੁਰਮੁਖ ਵਰਨ ਅਵਰਨ ਹੋਏ, ਰੰਗ ਸੁਰੰਗ ਤੰਬੋਲ ਪਰਚੇ। ਤੋ ਅੰਮ੍ਰਿਤਧਾਰੀ ਗੁਰਸਿੱਖ ਕੋਈ ਵੀ ਜਾਤ ਦਾ ਹੋਵੇ, ਜਾਤ ਤੋਂ ਆਜ਼ਾਦ ਹੋ ਜਾਂਦਾ ਹੈ, ਉਹਦੀ ਜਾਤ ਨਹੀਂ ਰਹਿੰਦੀ, ਉਹਦੀ ਜਾਤ ਖਤਮ ਹੋ ਜਾਂਦੀ ਹੈ। ਬਾਹਮਣ ਹੈ, ਭਾਂਡੇ ਮਾਂਜਦਾ ਹੈ, ਸ਼ੂਦਰ ਹੈ, ਸਿਮਰਨ ਕਰਦਾ ਹੈ। ਰੱਬ ਨੂੰ ਮਿਲਣ ਲਈ ਜਾਤ ਨਹੀਂ ਚਾਹੀਦੀ, ਅਮਲ ਚਾਹੀਦੇ ਹੈ, ਚੰਗਾ ਜੀਵਨ ਚਾਹੀਦਾ ਹੈ। ਫਿਰ ਇੱਕ ਪਿਤਾ ਦੇ ਪੁੱਤਰ ਗੁਰਬਾਣੀ ਮੰਨਦੀ ਹੈ। ਸੋ ਗੁਰਬਾਣੀ ਪੰਡਤ ਬਾਹਮਣ ਨੂੰ ਮੰਨਦੀ ਨਹੀਂ, ਉਹ ਪਾਨ ਦੇ ਬੀੜੇ ਦੀ ਤਰ੍ਹਾਂ ਸੋਹਣੇ ਲਾਲ ਰੰਗ ਰੱਬ ਜੀ ਦਾ ਹੈ, ਸੁਨਹਿਰੀ ਪ੍ਰਕਾਸ਼ ਵਿੱਚ ਪਰਚ ਜਾਂਦਾ ਹੈ, ਇੱਕ ਮਿਕ ਹੋ ਜਾਂਦਾ ਹੈ। ਕਿੱਥੇ ਗਈ ਜਾਤ? ਗੁਰਮੁਖ ਦਰਸ਼ਨ ਦੇਖਣਾ, 6 ਦਰਸ਼ਨ ਪ੍ਰਸੰਨ ਸਰਚੇ। ਤੋਂ ਅੰਮ੍ਰਿਤਧਾਰੀ ਗੁਰਸਿੱਖ ਰੱਬ ਦਾ ਦਰਸ਼ਨ ਕਰਦਾ ਹੈ। 6 ਧਰਮ ਵਾਲਾ, 6 ਦਰਸ਼ਨਾਂ ਵਾਲੇ
ਪਰਸਨ ਵਿੱਚ ਨਹੀਂ ਵਸਦੇ। ਤੋ ਗੁਰਮੁਖ 6 ਦਰਸ਼ਨਾਂ ਵਾਲੇ 6 ਧਰਮਾਂ ਵਾਲੇ 6 ਦਰਸ਼ਨਾਂ ਵਾਲੇ ਪਰਸਨ ਵਿੱਚ ਨਹੀਂ ਫਸਦੇ। ਤੋ ਗੁਰਮੁਖ ਨੇਚਲ ਮਤ ਹੈ, ਦੂਜੇ ਭਾਏ ਲੁਭਾਏ ਨਾ ਪੱਚੇ। ਤੋ ਅੰਮ੍ਰਿਤਧਾਰੀ ਗੁਰਸਿੱਖ ਦੀ ਮਤ ਅਡੋਲ ਹੈ, ਇੱਕ ਰੱਬ ਵੱਲ ਹੈ, ਰੱਬ ਵਰਗੀ ਅਡੋਲ ਹੈ। ਉਹ ਦੂਜੇ ਭਾਏ ਮਾਇਆ ਦੇ ਪਿਆਰ ਵਿੱਚ ਨਹੀਂ ਸੜਦੇ। ਗੁਰਮੁਖ ਸ਼ਬਦ ਕਮਾਵਨਾ, ਪੈਰੀ ਪੈਰੈ ਰਾਸ ਨ ਰਚੇ। ਤੋ ਅੰਮ੍ਰਿਤਧਾਰੀ ਗੁਰਸਿੱਖ ਹਮੇਸ਼ਾ ਵਾਹਿਗੁਰੂ ਨਾਮ ਸਿਮਰਨ ਦੀ ਕਮਾਈ ਕਰਦੇ ਹਨ, ਪੈਰੀ ਪਾਉਣਾ ਕਰਦੇ ਹਨ, ਨਿਮਰਤਾ ਦੇ ਧਾਰਨੀ ਰਹਿੰਦੇ ਹਨ। ਤੋ ਗੁਰਸਿੱਖ ਦੀਆਂ ਰੀਤਾਂ ਰਸਮਾਂ ਤੋਂ ਨਹੀਂ ਹਿਚਕਦੇ। ਤੋ ਗੁਰਮੁਖ ਭਾਏ ਭਗਤ ਚੈ ਮੱਚੇ। ਗੁਰਮੁਖ ਭਾਏ ਭਗਤ ਚੈ ਮੱਚੇ। ਅੰਮ੍ਰਿਤਧਾਰੀ ਗੁਰਸਿੱਖ ਪਿਆਰ ਨਾਲ ਵਾਹਿਗੁਰੂ 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 ਸਿਮਰਨ ਕਰਨ ਦੀ ਖੁਸ਼ੀ ਵਿੱਚ ਮਸਤ ਰਹਿੰਦੇ ਹਨ, ਹੋਰ ਕਿਸੇ ਨਾਲ ਵਰਤਦੇ ਹੀ ਨਹੀਂ। ਪੌੜੀ ਦੂਜੀ। ਗੁਰਮੁਖ ਇੱਕ ਆਰਾਧਨਾ, ਇੱਕ ਮਨ ਹੋਏ ਨਾ ਹੋਏ ਦੁਚਿੱਤਾ। ਭਾਈ ਗੁਰਮੁਖ ਅੰਮ੍ਰਿਤਧਾਰੀ ਗੁਰਸਿੱਖ ਇੱਕ ਵਾਹਿਗੁਰੂ ਨੂੰ ਇਕਾਗਰ ਮਨ ਹੋ ਕੇ ਸਿਮਰਦੇ ਹਨ ਤੇ ਕਦੀ ਦੁਬਦਾ ਦੁਚਿੱਤੀ ਵਿੱਚ ਨਹੀਂ ਪੈਂਦੇ। ਗੁਰਮੁਖ ਆਪ ਗਵਾਇਆ ਜੀਵਨ ਮੁਕਤ ਨ ਤਾਮਸ ਪਿੱਤਾ। ਤੋ ਅੰਮ੍ਰਿਤਧਾਰੀ ਗੁਰਸਿੱਖ ਹਉਮੈ ਨੂੰ ਮਾਰ ਕੇ ਖਤਮ ਕਰ ਲੈਂਦੇ ਹਨ, ਜੀਵਨ ਮੁਕਤ ਹੋ ਜਾਂਦੇ ਹਨ। ਸੱਚਖੰਡ ਜਾ ਕੇ ਪਤਾ ਲੱਗਦਾ ਮੈਂ ਜੀਵਨ ਮੁਕਤ ਹਾਂ। ਧਰਮਰਾਜ ਮੱਥਾ ਟੇਕਦਾ, ਨਰਕਾਂ ਆਪਣੀਆਂ ਅੱਖਾਂ ਨਾਲ ਦੇਖੀ ਦੀਆਂ ਹਨ ਤੇ ਅੰਦਰ ਕ੍ਰੋਧ ਨਹੀਂ ਰੱਖਦੇ, ਕਿਸੇ ਨਾਲ ਵੀ ਈਰਖਾ ਨਹੀਂ ਕਰਦੇ, ਸ਼ੁੱਧ ਮਨ ਰਹਿੰਦੇ ਹਨ। ਨਾ ਤਾਮਸ ਪਿੱਤਾ। ਤਾਮਸ ਪਿੱਤਾ ਕ੍ਰੋਧੀ ਦਿਲ। ਗੁਰ ਉਪਦੇਸ਼। ਗੁਰਮੁਖ ਆਪ ਗੁਰ ਉਪਦੇਸ਼ ਆਵੇਸ਼ ਕਰ। ਤੋ ਸਣ ਦੂਤਾਂ ਵਿਖੜਾ ਵਿਖੜਾ ਗੜ ਜਿੱਤਾ। ਤੋ ਗੁਰੂ ਬਾਬੇ ਨਾਨਕ ਦੀ ਸਿੱਖਿਆ ਨੂੰ ਅੰਦਰੋਂ ਗ੍ਰਹਿਣ ਕਰਦੇ ਹਨ। ਪੰਜੇ ਦੂਤਾਂ ਸਮੇਤ ਕਿਲਾ ਜਿੱਤਣਾ ਬਹੁਤ ਔਖਾ ਹੈ, ਜਿੱਤ ਲੈਂਦੇ ਹਨ। ਭਾਵ ਨਿਰਮੋਹ ਹੀ ਹੋ ਜਾਂਦੇ ਹਨ, ਭਾਵ ਸਰੀਰ ਨੂੰ ਤਲਾਕ ਦੇ ਦਿੰਦੇ ਹਨ। ਪੈਰੀ ਪੈ ਪਖਾਕ ਹੋਏ, ਪਹੁੰਚਣਾ ਜਗ ਹੋਏ ਅਛਿਤਾ ਅਥਿਤਾ। ਸੋ ਭਾਈ ਗੁਰੂ ਦੇ ਪੈਰੀ ਪੈ ਕੇ ਸਾਰਿਆਂ ਦੀ ਚਰਨ ਧੂੜ ਹੋ ਜਾਂਦੇ ਹਨ। ਨਿਮਰਤਾ ਸਹਿਤ ਸੇਵਾ ਭਾਵਨਾ ਵਾਲਾ ਜੀਵਨ ਗੁਜ਼ਾਰਦੇ ਹਨ। ਤੋ ਸਾਰਾ ਜਗ ਚੱਲਣਹਾਰ ਹੈ, ਇਸ ਲਈ ਪ੍ਰਾਹੁਣਿਆਂ ਵਾਂਗ ਜੀਵਨ ਗੁਜ਼ਾਰਦੇ ਹਨ। 2-4 ਦਿਨਾਂ ਦੇ ਪ੍ਰਾਹੁਣਿਆਂ ਚਲੇ ਹੀ ਜਾਣਾ, ਨਿਰਮੋਹ ਰਹਿੰਦੇ ਹਨ, ਨਿਰਮੋਹ ਰਹਿੰਦੇ ਹਨ। ਤੋ ਗੁਰਮੁਖ ਸੇਵਾ ਗੁਰਸਿੱਖਾਂ। ਗੁਰਸਿੱਖ ਮਾਂ ਪਿਓ ਦਾਈ ਪਿਤਾ। ਸੋ ਅੰਮ੍ਰਿਤਧਾਰੀ ਗੁਰਸਿੱਖ ਅੰਮ੍ਰਿਤਧਾਰੀ ਗੁਰਸਿੱਖਾਂ ਦੀ ਸੇਵਾ ਮਾਂ ਪਿਓ ਭਰਾ ਮਿੱਤਰ ਸਮਝ ਕੇ ਕਰਦੇ ਹਨ। ਤੋ ਦੁਰਮਤ ਦੁਬਦਾ ਦੂਰ ਕਰ, ਗੁਰਮਤਿ ਸ਼ਬਦ ਸੁਰਤ ਮਨ ਸਿੱਤਾ। ਭੈੜੀ ਮਤ ਤੇ ਦੁਚਿੱਤਾਪਨ ਦੂਰ ਕਰਕੇ ਗੁਰੂ ਦੀ ਮਤ ਗ੍ਰਹਿਣ ਕਰਦੇ ਹਨ ਤੇ ਵਾਹਿਗੁਰੂ ਵਿੱਚ ਸੁਰਤ ਜੋੜ ਕੇ ਮਨ ਨੂੰ ਵਾਹਿਗੁਰੂ ਨਾਲ ਸੀ ਲੈਂਦੇ ਹਨ, ਸਟਿਚ ਕਰ ਲੈਂਦੇ ਹਨ, ਭਟਕਣ ਨਹੀਂ ਦਿੰਦੇ, ਕਾਬੂ ਕਰ ਲੈਂਦੇ ਹਨ। ਛੱਡ ਕੁਛੱਕੜ ਕੂੜ ਕੁਤਿੱਤਾ। ਸੋ ਖੋਟੇ ਕੰਮ ਝੂਠੀਆਂ ਹੁਜਤਾਂ ਤੋਂ ਕੁਬੁੱਧੀਆਂ ਨੂੰ ਛੱਡ ਦਿੰਦੇ, ਮਾੜੀ ਸੰਗਤ ਹੀ ਛੱਡ ਦਿੰਦੇ, ਸਰੀਰ ਨੂੰ ਹੀ ਛੱਡ ਦਿੰਦੇ, ਤਲਾਕ ਦੇ ਦਿੰਦੇ। ਪੌੜੀ ਤੀਜੀ। ਸੋ ਆਪਣੇ ਆਪਣੇ ਵਰਨ ਵਿੱਚ 4 ਚਰਨ ਕੁੱਲ ਧਰਮ ਧਰੰਦੇ। ਇਹਨਾਂ ਦੇ ਆਪਣੇ ਆਪਣੇ ਖਿਆਲ ਆ ਜੀ, ਆਪਣੇ ਆਪਣੇ। ਸੋ ਆਪੋ ਆਪਣੇ ਜਾਤੀ ਵਿੱਚ 4 ਜਾਤੀਆਂ ਵਾਲੇ ਆਪੋ ਆਪਣੀ ਕੁਲਾਂ ਦੇ ਧਰਮ ਅਨੁਸਾਰ ਵਰਤਦੇ ਹਨ। ਭਾਵ ਬ੍ਰਾਹਮਣ ਬ੍ਰਾਹਮਣ ਨਾਲ, ਖੱਤਰੀ ਖੱਤਰੀ ਨਾਲ, ਵੈਸ਼ ਵੈਸ਼ ਨਾਲ, ਸ਼ੂਦਰ ਸ਼ੂਦਰ ਨਾਲ। 6 ਦਰਸ਼ਨ 6 ਸ਼ਾਸਤਰਾਂ ਗੁਰ ਗੁਰਮਤੀ ਖਟ ਕਰਮ ਕਰਨ ਦੇ। ਤੋ 6 ਦਰਸ਼ਨਾਂ ਧਰਮਾਂ ਵਾਲੇ, 6 ਸ਼ਾਸਤਰ ਗੁਰੂ ਦੀ ਦੱਸੀ ਗੁਰਮਤਿ ਸਿੱਖਿਆ ਲੈ ਕੇ ਕਰਮ ਕਰਦੇ ਹਨ। ਜਪ ਹੋਮ ਸੰਧਿਆ ਇਸ਼ਨਾਨ ਤਿਥੀ ਸੇਵਾ ਦੇਵ ਪੂਜਾ। ਆਪਣੇ ਆਪਣੇ ਸਾਹਿਬ ਚਾਕਰ ਜਾਏ ਜਹਾਰ ਜੁੜਨ ਦੇ। ਤੋ ਨੌਕਰ ਜੋ ਵੀ ਆਪਣੇ ਕੰਮ ਤੇ ਜਾਂਦਾ ਹੈ ਜਾ ਕੇ ਆਪੋ ਆਪਣੇ ਮਾਲਕ ਅਫਸਰ ਨੂੰ ਨਮਸਕਾਰ ਕਰਦੇ ਹਨ। ਆਪਣੇ ਆਪਣੇ ਵੰਜ ਵਿੱਚ ਵਪਾਰੀ ਵਪਾਰ ਰਚੰਦੇ।
तो ਵਪਾਰੀ ਲੋਕ ਆਪਣੇ ਆਪਣੇ ਵਪਾਰ ਵਿੱਚ ਸੰਬੰਧਿਤ ਵਪਾਰੀਆਂ ਨੂੰ ਮਿਲਦੇ ਤੇ ਵਪਾਰ ਚਲਾਉਂਦੇ ਹਨ। ਆਪਣੇ ਆਪਣੇ ਖੇਤ ਵਿੱਚ ਬੀਓ ਸਭੇ ਕਿਸਾਨ ਬਜਿੰਦੇ, ਤੋ ਕਿਸਾਨ ਆਪਣੇ ਖੇਤਾਂ ਵਿੱਚ ਆਪਣੇ ਖੇਤ ਵਿੱਚ ਹੀ ਜੋ ਵੀ ਚਾਹੁੰਦਾ ਜਾ ਕੇ ਬੀਜਦਾ ਹੈ। ਤੋ ਕਾਰੀਗਰਾਂ ਕਾਰਖਾਨੇ ਵਿੱਚ ਜਾਏ ਮਿਲਣਦੇ। ਸੋ ਕਾਰੀਗਰ ਲੋਕ ਤੇ ਮਜ਼ਦੂਰ ਲੋਕ ਕਾਰੀਗਰਾਂ ਨੂੰ ਜਾ ਕੇ ਕਾਰਖਾਨੇ ਵਿੱਚ ਜਾ ਕੇ ਮਿਲ ਪੈਂਦੇ ਹਨ। ਸਾਧ ਸੰਗਤ ਗੁਰ ਸਿੱਖ ਪੁਜੰਦੇ, ਤਿਵੇਂ ਸਾਧ ਸੰਗਤ ਵਿੱਚ ਅੰਮ੍ਰਿਤਧਾਰੀ ਗੁਰਸਿੱਖਾਂ ਦੇ ਦਰਸ਼ਨ ਕਰਨ ਲਈ, ਗੁਰੂ ਦਾ ਉਪਦੇਸ਼ ਸੁਣਨ ਲਈ ਪਹੁੰਚ ਜਾਂਦੇ ਹਨ। ਪੌੜੀ ਚੌਥੀ। ਆਪੋ ਆਪਣੀਆਂ ਮੇਲੀਆਂ ਦਾ ਮੇਲ। ਤੋ ਅਮਲੀ ਰਚਨ ਅਮਲੀਆਂ, ਸੋਫੀ ਮੇਲ ਕਰਨ ਦੇ। ਸੋ ਭਾਈ ਅਮਲੀਆਂ ਨਾਲ ਮੇਲ ਕਰਦੇ ਹਨ ਤੇ ਸੂਫੀਆਂ ਨਾਲ ਮੇਲ ਕਰਦੇ ਹਨ। ਜੋ ਵਾਰੀਆਂ ਵੇ ਕਰਮ ਰਚੰਦੇ। ਜੂਆ ਖੇਡਣ ਵਾਲੇ ਨਾਲ ਤੇ ਕੁਕਰਮ ਕਰਨ ਵਾਲਿਆਂ ਨਾਲ ਹੀ ਮੇਲ ਮਿਲਦੇ ਰਹਿੰਦੇ ਹਨ। ਚੋਰਾਂ ਪਿਰਹੜੀ, ਠੱਗ ਮਿਲ ਦੇਸ਼ ਤੇ ਗੰਦੇ। ਚੋਰਾਂ ਦੀ ਪ੍ਰੀਤੀ ਚੋਰਾਂ ਨਾਲ ਪਿਆਰ ਬਣੀ, ਚੋਰਾਂ ਦਾ ਪ੍ਰੀਤੀ ਤੇ ਪਿਆਰ ਚੋਰਾਂ ਨਾਲ ਹੀ, ਚੋਰੀ ਕਰਨ ਵਾਲਿਆਂ ਨਾਲ। ਤੇ ਠੱਗਾਂ ਨਾਲ ਜੋ ਲੋਕਾਂ ਨੂੰ ਠੱਗ ਕੇ ਲੁੱਟਦੇ ਹਨ। ਸੋ ਮਸਕਰਿਆਂ ਮਿਲ ਮਸਕਰੇ, ਚੁਗਲ ਉਹ ਮਾਂ ਮਿਲਣਦੇ। ਤੋ ਮਖੌਲੀਏ ਹਾਸਾ ਠੱਠਾ ਕਰਨ ਵਾਲੇ ਮਸਕਰੇ ਮਖੌਲੀਆਂ ਨੂੰ ਮਿਲ ਕੇ ਹੀ ਪ੍ਰਸੰਨ ਹੁੰਦੇ ਹਨ। ਤੇ ਨਿੰਦਕ ਚੁਗਲ ਨਿੰਦਕਾਂ ਨਾਲ ਮਿਲ ਕੇ ਖੁਸ਼ ਹੁੰਦੇ ਹਨ, ਨਿੰਦਾ ਕਰਦੇ ਰਹਿੰਦੇ। ਮਨ ਤਾਰੂਆਂ ਤਾਰ ਤਰਨਦੇ। ਜਿਹੜੇ ਨਹੀਂ ਤਰ ਸਕਦੇ ਉਹ ਅੰਤਾਰੂਆਂ ਨਾਲ, ਜਿਹੜੇ ਤਰ ਸਕਦੇ ਹਨ ਉਹ ਤਾਰੂਆਂ ਨਾਲ ਮਿਲ ਕੇ ਤਰਨ ਦਾ ਆਨੰਦ ਮਾਣਦੇ ਹਨ। ਦੁਖਿਆਰੇ ਮਿਲ ਆਪਣਾ ਦੁੱਖ ਰਵੰਦੇ। ਦੁਖੀਏ ਨੂੰ ਦੁਖਿਆਰਿਆਂ ਦੀ ਗੱਲ ਬਾਤ ਚੰਗੀ ਲੱਗਦੀ ਹੈ। ਉਹ ਆਪੋ ਵਿੱਚ ਮਿਲ ਕੇ ਆਪੋ ਆਪਣੇ ਦੁੱਖਾਂ ਦੀਆਂ ਕਹਾਣੀਆਂ ਕਰਦੇ ਰਹਿੰਦੇ ਹਨ, ਰੋਂਦੇ ਰਹਿੰਦੇ। ਸਾਧ ਸੰਗਤ ਗੁਰਸਿੱਖ ਬਸੰਦੇ। ਇਸੇ ਤਰ੍ਹਾਂ ਪਰ ਅੰਮ੍ਰਿਤਧਾਰੀ ਗੁਰਸਿੱਖ ਦੀ ਪ੍ਰੀਤ ਸਾਧ ਸੰਗਤ ਨਾਲ ਹੁੰਦੀ ਹੈ, ਇਸ ਲਈ ਉਹ ਸਾਧ ਸੰਗਤ ਵਿੱਚ ਵਸਦੇ ਹਨ। ਉਹ ਸਾਧ ਸੰਗਤ ਵਿੱਚ ਰੱਬੀ ਖਿਆਲਾਂ ਤੇ ਵਿਚਾਰਾਂ ਵਿੱਚ ਹੀ ਲੱਗੇ ਰਹਿੰਦੇ ਹਨ। ਵਾਹਿਗੁਰੂ ਸਿਮਰਨ ਹੀ ਕਰਦੇ ਰਹਿੰਦੇ ਹਨ। ਉਹਨਾਂ ਨੂੰ ਹੋਰ ਕੋਈ ਗੱਲ ਹੀ ਚੰਗੀ ਨਹੀਂ ਲੱਗਦੀ। ਪੌੜੀ ਪੰਜਵੀਂ। ਆਪੋ ਆਪਣੀ ਲਗਨ ਵਿੱਚ ਮਸਤ ਹਨ ਸਾਰੇ। ਕੋਈ ਪੰਡਤ ਜੋਤ ਕੀ, ਕੋਈ ਪਾਂਧਾ ਕੋ ਵੈਦ ਸਦਾਵੇ। ਸੋ ਕੋਈ पंडित है, कोई जोशी है, कोई पांधा है तो कोई वैद है। कोई राजा राव को मेहता चौधरी अखावे। कोई राजा है, कोई राव है, मेहता कोई पटवारी है, कोई अपने आप ਨੂੰ चौधरी खवांदा। कोई बजाज शराफ को जोहारी जड़ाऊ जड़ावे। सो कोई बजाज है कपड़ा बेचन वाला, कोई शराफ है सोना ते गहने बेचन वाला, तो कोई जौहरी हीरे मोती बेचन वाला ते जड़त दा काम करन वाला सुनेर है। पसारी परचूनियां कोई दलाली किरस कमावे। कोई पसारी ते परचूनी है, कोई दलाली ते किरस दी कमाई करदा है। तो जात सनात सहस लख किरत विरत कर नाउन गनाए। तो हज़ारा ही उच्च ते नीवी जात वाले हज़ारों किस्म दे किरत कमाई ते वखो वख नावां नाल गिने जाते हैं। साध संगत गुर सिख मिल आसा विच निराश विलावे। पर गुरु नानक दे सिख साध संगत विच मिल के आसा दे भरे संसार विच निराश रह के अपनी उम्र दे दिन पूरे करते हैं, बिताते हैं। सिर्फ वाहिगुरू सिमरन करते हैं। वाहिगुरू शब्द सुरत लिव अलख लखाए। तो वाहिगुरू सिमरन विच सुरत जोड़ के वाहिगुरू अलख प्रभु जो जानिया नहीं जा सकता उन्होंने जान लेंदे हैं। अलख लखाए। पौड़ी छेवीं। दुनिया की कर रही है? कहता जति सती चिर जीव ने साधक सिद्ध नाथ गुर चीले। नाथ गुर चीले कहता जति कई जति सती लंबी उम्र वाले साधना करने वाले जोगी पुगे होए जोगी कई कन पाड़े नाथ कई गुरु दे चेले तुरे फिरदे हैं। देवी देव रखी सरां भैरों खेत्रपाल बहु मेले। अनेकां देवी देवते वड्डे वड्डे रिखी भैरों ते खेत्रपाल बहुत पैदा कर दिते। गण गंधर्व पछरां किन्नर जच चलत बहु खेले। गण गंधर्व देवतियां दे रागी पछरां सोहणियां हूरां परियां
किन्नर ते जच, ये सब उन्हां दे नां जातां दे। अचरजता भरे वड्डे तमाशे हन। राकश दानो दैंत लख, अंदर दूजा भाउद हिले। इसे तरह लखां राक्षस देवते ते दैंत हन। ये सब अंदर माया दे प्यार होण करके दुखी हन। होमे अंदर सब को, होमे अंदर सब को, सारी दुनिया होमे विच है। तो गुरमुख साध संगत रस केले, तो सारी सृष्टि होमे हंकार विच खेड रही है। तो अमृतधारी गुरसिख साध संगत विच सुरत जोड़ के अमृत रस का आनंद माणदे हन। एक मन एक आराधना, गुरमति आप गवाए सुहेले। सो अमृतधारी गुरसिख एक मन एकागर हो के एक वाहिगुरू का सिमरन करते हैं। गुरु की मत ग्रहण करके होमे का त्याग करके सुखी रहते हैं। चलन जान पए सिर तेले। अमृतधारी गुरसिख इथों मरना जानदा है, चलना जानदा है, ते इहो तेल उन्हां नूं सिर विच पिया होया है। माईए माइयां पैंदी ना, माई लई तेल चढ़ी हुई कुड़ी जानदी है कि हुण पेके घरों चले जाना। माइयां पै गईयां, तेल पै गया सिर विच। हुण ओह जानदी है कि मैं हुण पेके घरों सहुरे, इसे तरह सहुरे घर असीं सारिआं ने जाना है। सहुरा घर मौत है, सहुरे घर जाना, उन्हां दे घर भाई सिर विच तेल पिया होया। चलन जान पए सिर तेले, उन्हां दे सिर विच तेल पिया होया है। वो चलन गुरसिख चलन जानदा है, मैं सहुरे घर जाना, मैं सचखंड जाना। फोकड़ कर्मां दे झूठे बुलावे। जत सत संयम होम जग, जप तप दान पुन बहु तेरे। कहंदा भी कई की करदे आ, जत सत संयम होम जग जप तप पुन दान, अनेकां कर्म बहुत लोग करदे। सब फोकट, गुरसिख कहंदे फोकट धर्मां दे झूठे बुलावे आ। रिद सिद्ध निध पाखंड, बहुत अंत मंत नाटक अगलेरे। रिधियां सिद्धियां निधियां दे बहुत पखंड हन। जंतर मंतर तंत्र दे तमाशे बहुत हन। सो बीरा बीरा राधन जोगनी, मंत्री मसान विडान कनेरे। सो कई 52 बीरां दे आराधे हन, 52 बीरां दे आराधे हन। कई जोगनियां नूं वश करदे हन। तो मड़ी पूजा मसान जगाउण ते भिन्न भिन्न बहुते अचरज कौतक सब पखंड है। सो पूरक कुंभक रेचक, निवली कर्म भयंगम घेरे। सो जोगी पुरक कुंभक रेचक, श्वास चाड़ना रोकना उतारना, न्यौली कर्म नाती धोती आदि कर्म घूमन घेर विच ही घिरे हुए पखंड। सिद्धाधन परचे घने, हठ निगरह कौतक लख हेरे। तो सिद्ध लोग 84 आसना विच बाले परचे हुए हैं। हठ कर्मां दे लखां तमाशियां विच लगे हुए देखण विच आ रहे हैं। पारस मणि रसायन करामात कालक हा नेरे। पारस पारसी बाबा मनी ते रसायन सोना बनाउण दीआं करामातां दी कालख दे हनेरे विच हन। इन्हां विचों कोई चीज़ नाल नहीं जांदी। पूजा वर्त उधार ने उपार ने, वर शराप शिव सख्त लवेरे। कई ठाकर पूजा कई वर्त रखते हैं, वर्त रखने ते खोलने। कई वर शराप दी सिद्धि लई, कोई चेतनता कोई माया विच लगे हुए हैं। साध संगत गुर शब्द बिन थाव न पायन भले भलेरे। साध संगत गुर शब्द बिन, दो गल्लां नोट कर लो। साध संगत गुर शब्द बिन, साध संगत गुर शब्द बिन मुक्ति गल। साध संगत विच वाहिगुरू नाम विच सुरती जोड़न तो बगैर, भलियां तो भले चंगे तो चंगे नेक तो नेक भी सचखंड जगह प्राप्त नहीं कर सकते। नोट करो, साध संगत विच वाहिगुरू नाम विच सुरती जोड़न तो बगैर, वाहिगुरू नाम साध संगत श्री गुरु ग्रंथ साहिब जी दी गोद विच बैठ के वाहिगुरू नाम जपन तो बगैर, भलियां तो भले चंगे तो चंगे नेक तो नेक लोक भी सचखंड जगह प्राप्त नहीं कर सकते। कूड़ एक गंढी 100 फेरे। तो लोकी भावें झूठी एक गल नूं सच्ची बनाउण लई 100 वल छल करदे हन। तो उन्हां दी चतराई भरी भगती जां हउमे भरिया पुन्नदान किसे अर्थ नहीं, किसे अर्थ नहीं। सगन अपशगन दी विचार, सौन सगन विचार ने 9 ग्रह 12 रास विचारा।
ਸੌਣ ਸਗਨ ਜੋਤਿਸ਼। ਕੋਈ ਜੋਤਿਸ਼ ਸ਼ਾਸਤਰ ਵਿੱਚੋਂ ਸਗਨ 9 ਗ੍ਰਹਿ 12 ਰਾਸਾਂ ਮੇਖ ਬਿਰਖ ਮਿਥਨਾਦ ਤੋਂ ਦੁਆਰਾ ਵਿਚਾਰ ਕਰਦੇ ਹਨ। ਕਾਮਨ ਟੂਣੇ ਔਂਸੀਆਂ ਕਰਨ ਸੋਈ ਪਾਸਾਰ ਪਸਾਰ। ਟੂਣੇ ਕਰਨ ਵਾਲੀਆਂ ਔਰਤਾਂ, ਲਕੀਰਾਂ ਵਾਲੇ ਮੰਤਰ, ਔਂਸੀਆਂ ਕਨਸੂਆਂ ਸੰਦਖਾਂ ਰੱਖਦੀਆਂ ਹਨ। ਤੋ ਅਜਿਹੇ ਕਈ ਪਸਰੇ ਹੋਏ ਹਨ। ਤੋ ਗੁੱਧਿਓਂ ਕੁੱਤੇ ਬਿੱਲੀਆਂ ਇੱਲ ਮਲਾਲੀ ਗਿੱਦੜ ਛਾਰਾ। ਕਈ ਖੋਤੇ ਕੁੱਤੇ ਬਿੱਲੀਆਂ ਇੱਲਾਂ ਤੇ ਮੈਣਾ ਗਿੱਦੜਾਂ ਤੇ ਹਨੇਰੀ ਦੇ ਸਗਨ ਅਪਸਗਨ ਦੀਆਂ ਵਿਚਾਰਾਂ ਵਿੱਚ ਫਸੇ ਰਹਿੰਦੇ ਹਨ। ਨਾਰ ਪੁਰਖ ਪਾਣੀ ਅਗਨ ਛਿਕ ਪਦ ਹਿੜਕੀ ਵਰਤਾਰਾ। ਤੋ ਇਸਤਰੀ ਆਦਮੀ ਤੁਰਨ ਲੱਗੇ ਤੇ ਜੇ ਅੱਗੋਂ ਪਾਣੀ ਜਾਂ ਅੱਗ ਲੈ ਕੇ ਮਿਲੇ ਜਾਂ ਨਿਛ ਪਦ ਹਿੜਕੀ ਉਬਾਸੀ ਲਵੇ ਤਾਂ ਇਸ ਦਾ ਸਗਨ ਅਪਸਗਨ ਮੰਨਦੇ ਹਨ। ਸਗਨ ਅਪਸਗਨ ਮੰਨਦੇ ਹਨ। ਆਹ ਅਕਲ ਅਸੀਂ ਅੱਜ ਵੀ ਮੰਨਦੇ ਹਾਂ। ਥਿਤਵਾਰ ਭੱਦਰਾਂ ਭਰਮ ਦਿਸ਼ਾ ਸ਼ੂਲ ਸਹਿਸਾ ਸੰਸਾਰ। ਤੋ ਥਿਤ ਵਾਰ ਭਦਰਾਂ ਦਾ ਭਰਮ 8 ਦਿਸ਼ਾ ਸੂਲ ਦਾ ਭਰਮ ਜਗਤ ਨੂੰ ਲੱਗਾ ਹੋਇਆ ਹੈ। ਤੋ ਵੱਲ ਛਲ ਕਰ ਵਿਸ਼ਵਾਸ ਲੱਖ ਬਹੁ ਦੁਖੀ ਕਿਉ ਰਵੇ ਪਤਾਰਾ। ਤੋ ਵੱਲ ਛਲ ਹੇਰੀਆਂ ਫੇਰੀਆਂ ਕਰਨ ਉੱਤੇ ਭਰੋਸਾ ਰੱਖ ਕੇ ਲੱਖਾਂ ਧਨ ਜੋੜਨ ਦੇ ਬਹੁਤ ਚੇਖੀ ਬਹੁਤ ਸਵਾਦਾਂ ਵਾਲਾ ਤੇ ਫੈਸ਼ਨਾਂ ਵਾਲਾ ਵੇਸ਼ਵਾਪਤੀ ਵਾਹਿਗੁਰੂ ਦਾ ਮਿਲਾਪ ਕਿਵੇਂ ਪਾਵੇਗੀ। ਫੈਸ਼ਨਾਂ ਵਾਲੀ ਵੇਸ਼ਵਾਪਤੀ ਵਾਹਿਗੁਰੂ ਦਾ ਮਿਲਾਪ ਕਿਵੇਂ ਪਾਵੇਗੀ। ਹਾਂ, ਵੱਲ ਛਲ ਕਰ ਵਿਸ਼ਵਾਸ ਲੱਖ ਬਹੁਤ ਚੁੱਖੀ ਕਿਉਂ ਰਵੇ ਪਤਾਰਾ। ਉਹ ਵਾਹਿਗੁਰੂ ਨੂੰ ਕਿਵੇਂ ਮਿਲ ਸਕਦੀ ਆ। ਗੁਰਮੁਖ ਸੁਖ ਫਲ ਪਾਰ ਉਤਾਰਾ। ਅੰਮ੍ਰਿਤ ਧਾਰੀ ਗੁਰਸਿੱਖਾਂ ਦਾ ਜੀਵਨ ਮਨੋਰਥ ਹੈ ਸਦੀਵੀ ਸੁੱਖਾਂ ਦੀ ਪ੍ਰਾਪਤੀ। ਇੱਥੋਂ ਸੰਸਾਰ ਸਮੁੰਦਰ ਤੋਂ ਪਾਰ ਉਤਰਨਾ, ਸੱਚਖੰਡ ਜਾਣਾ। ਇਸ ਲਈ ਗੁਰਸਿੱਖੀ ਉਤਲੀ ਕਿਸੇ ਗੱਲ ਤੇ ਵਿਸ਼ਵਾਸ ਨਹੀਂ ਰੱਖਦਾ। ਗੁਰਸਿੱਖ ਤੇ ਇੱਕ ਵਾਹਿਗੁਰੂ ਨੂੰ ਸਿਮਰਦਾ, ਇੱਕ ਵਾਹਿਗੁਰੂ ਨੂੰ ਸਿਮਰਦਾ, ਇੱਕ ਵਾਹਿਗੁਰੂ ਨੂੰ, ਇੱਕ ਵਾਹਿਗੁਰੂ ਦਾ ਸਿਮਰਨ ਕਰਨਾ ਭਾਈ ਓਏ। ਗੁਰਮੁਖ ਮਾਰਗ ਦੀ ਮਹਾਨਤਾ ਹੈ। ਨਦੀਆਂ ਨਾਲੇ ਵਾਹੜੇ ਗੰਗ ਸੰਗ ਗੰਗੋਦਕ ਹੋਈ। ਕਹਿੰਦਾ ਨਦੀਆਂ ਨਾਲੇ ਵਹਿਣ ਵਹਿੰਦੇ ਵਹਿੰਦੇ ਗੰਗਾ ਨਾਲ ਮਿਲ ਕੇ ਪਵਿੱਤਰ ਹੋ ਜਾਂਦਾ। ਗੰਗਾ ਵਰਗੇ ਅਸ਼ਤਾਤ ਇੱਕ ਧਾਤ ਹੋਏ ਪਾਰਸ ਪਰਸੇ ਕੰਚਨ ਸੋਈ। 8 ਧਾਤਾਂ ਜਦੋਂ ਪਾਰਸ ਨਾਲ ਛੋਂਦੀਆਂ ਹਨ ਤਾਂ ਸੋਨਾ ਬਣ ਕੇ ਇੱਕ ਧਾਤ ਹੋ ਜਾਂਦੀਆਂ ਹਨ। ਚੰਦਨ ਵਾਸ ਬਨਾਸਪਤ ਅਫਲ ਸਫਲ ਕਰੇ। ਪੌੜੀ 9ਵੀਂ। ਨਦੀਆਂ ਨਾਲੇ ਵਾਹੜੇ ਗੰਗ ਸੰਗ ਗੰਗੋਦਕ ਹੋਈ। ਨਦੀਆਂ ਨਾਲੇ ਜਿੰਨੇ ਇੱਥੋਂ ਵਹਿਣ ਵਧੇ ਆ, ਮੀਂਹ ਦਾ ਪਾਣੀ ਨਦੀਆਂ ਨਾਲੇ ਵਹਿਣ ਵਹਿੰਦੇ ਹੋਏ ਗੰਗਾ ਨਾਲ ਮਿਲ ਕੇ ਗੰਗਾ ਵਰਗੇ ਕਹਿੰਦੇ ਪਵਿੱਤਰ ਹੋ ਜਾਂਦੇ ਆ। ਉਹਨਾਂ ਨਾਲ ਮਿਲ ਗਿਆ। 8 ਧਾਤ ਮਿਲ ਧਾਤ ਹੋਏ ਪਾਰਸ ਪਰਸੇ ਕੰਚਨ ਸੋਈ। ਤੋ 8 ਧਾਤ ਜਦੋਂ ਪਾਰਸ ਨਾਲ ਛੋਂਦੀਆਂ ਤਾਂ ਸੋਨਾ ਬਣ ਕੇ ਇੱਕ ਧਾਤ ਹੋ ਜਾਂਦੀਆਂ। ਚੰਦਨ ਵਾਸ ਬਨਾਸਪਤ ਅਫਲ